सो ਉਹਨੂੰ ਉਹ ਸਜ਼ਾ ਮਿਲਣੀ। ਸੋ ਆਓ ਅਸੀਂ ਦੇਖੀਏ ਕਿ ਹੁਣ ਦਾਊਦ ਬਹੁਤ ਮੁਸੀਬਤ ਦੇ ਵਿੱਚ ਵੀ ਦੌੜਦਾ ਜਾ ਰਿਹਾ। ਇਹ ਪਿੱਛੇ ਸਾਡਾ ਕੀਵੀ ਆ ਨਿੱਕਾ ਜਿਹਾ ਬਰਡ, ਉਹ ਵੀ ਪ੍ਰੀਚ ਕਰਦਾ ਅੱਜ ਕੱਲ੍ਹ ਮੇਰੇ ਨਾਲ। ਸੋ ਦਾਊਦ ਜਿਹੜਾ ਇਸ ਵੇਲੇ ਉਹ ਦੌੜਾਇਆ ਮੁਸੀਬਤ ਦੇ ਵਿੱਚ, ਔਰ ਅਸੀਂ ਇਹ ਦੇਖਦੇ ਪਏ ਕਿ ਕਿਸ ਤਰ੍ਹਾਂ ਮੁਸੀਬਤ ਦੇ ਵਿੱਚ ਪ੍ਰਭੂ ਉਸ ਦੇ ਨਾਲ ਨਾਲ, ਕਿੱਦਾਂ ਪ੍ਰਭੂ ਦੀ ਕਿਰਪਾ ਕਿਸ ਤਰ੍ਹਾਂ ਕੰਮ ਕਰਦੀ ਹੈ। ਅਸੀਂ ਹਮੇਸ਼ਾ ਪੜ੍ਹਦੇ ਹਾਂ ਕਿ ਪ੍ਰਭੂ ਦੀ ਕਿਰਪਾ, ਪ੍ਰਭੂ ਦੀ ਕਿਰਪਾ, ਪ੍ਰਭੂ ਦੀ ਦਇਆ, ਬਹੁਤ ਗੀਤ ਗਾਉਣੇ ਇਹਨਾਂ ਦੇ ਬਾਰੇ, ਪਰ ਕੰਮ ਕਿੱਦਾਂ ਕਰਦੀ ਹੈ। ਸੋ ਅਸੀਂ ਦਾਊਦ ਦੇ ਵਿੱਚ ਦੇਖਾਂਗੇ ਕਿ ਦਾਊਦ ਦੇ ਨਾਲ ਉਸਨੇ ਕਿੱਦਾਂ ਕੰਮ ਕੀਤਾ, ਔਰ ਇਸੇ ਤਰ੍ਹਾਂ ਸਾਡੇ ਨਾਲ ਕੰਮ ਕਰਦਾ ਪ੍ਰਭੂ, ਇਸੇ ਤਰ੍ਹਾਂ ਸਾਡੇ ਨਾਲ ਕੰਮ ਕਰਦਾ। ਜਿਸ ਲਈ ਅਸੀਂ ਇਹਨਾਂ ਦੁੱਖਾਂ ਦੇ ਵਿੱਚ ਹੁੰਦੇ ਤਾਂ ਅਸੀਂ ਆਪਣੇ ਆਪ ਨੂੰ ਸਟ੍ਰੈਸ ਦੇ ਨਾਲ ਭਰ ਲੈਂਦੇ ਹਾਂ, ਪਰ ਉਹ ਚੀਜ਼ ਦੇ ਵਿੱਚ ਪ੍ਰਭੂ ਕੁਛ ਨਹੀਂ ਪਾ ਸਕਦਾ। ਪਰ ਜਿਸ ਲਈ ਅਸੀਂ ਉਹ ਸਾਰਾ ਬੋਝ ਪ੍ਰਭੂ ਦੇ ਚਰਨਾਂ ਦੇ ਵਿੱਚ ਰੱਖ ਦਿੰਦੇ ਹਾਂ, ਔਰ ਉਹ ਉਸ ਨੂੰ ਲੈਣ ਦੇ ਲਈ ਤਿਆਰ ਹੈ, ਫਿਰ ਅਸੀਂ ਖਾਲੀ ਹੋ ਜਾਂਦੇ ਹਾਂ, ਫਿਰ ਉਹਦੇ ਵਿੱਚ ਆਪਣੀ ਦਇਆ ਪਾਦਾ। ਸੋ ਆਓ ਜ਼ਬੂਰ 14 ਜਿਸ ਨੂੰ ਮਿਲ ਜਾਏ ਔਰ 53 ਅਸੀਂ ਇਹ ਪਹਿਲਾਂ ਪੜਾਂਗੇ, ਕੱਲ ਅਸੀਂ ਇਹ ਨਹੀਂ ਪੜ੍ਹੇ ਸੀਗੇ। ਸੋ ਇਹ ਦੋ ਜ਼ਬੂਰ ਜਿਹੜੇ ਆ ਇਹ ਬਿਲਕੁਲ 16ਵੇਂ ਭਾਗ ਤੋਂ ਪਹਿਲਾਂ ਆਉਂਦੇ ਆ। ਦੋ ਜ਼ਬੂਰ ਇਹਨਾਂ ਨੂੰ ਅਸੀਂ ਪ੍ਰਭੂ ਦੇ ਬਚਨ ਦੇ ਵਿੱਚੋਂ ਦੀ ਦੇਖਾਂਗੇ। ਮੈਂ ਪੜ੍ਹਦੀ ਹਾਂ ਜੀ 14 ਨੰਬਰ ਜ਼ਬੂਰ। ਜ਼ਰੂਰ। ਮਨੁੱਖ ਦੀ ਮੂਰਖਤਾ, ਸੰਗੀਤ ਦਲ ਦੇ ਆਗੂ ਲਈ ਦਾਊਦ ਦਾ ਭਜਨ। ਮੂਰਖ ਮਨੁੱਖ ਆਪਣੇ ਮਨ ਵਿੱਚ ਕਹਿੰਦੇ ਹਨ ਪਰਮੇਸ਼ਰ ਨਹੀਂ ਹੈ, ਉਹ ਭ੍ਰਿਸ਼ਟ ਹੋ ਚੁੱਕੇ ਹਨ, ਉਹਨਾਂ ਨੇ ਘਰਾਉਣੇ ਕੰਮ ਕੀਤੇ ਹਨ, ਭਲਾਈ ਕਰਨ ਵਾਲਾ ਕੋਈ ਵੀ ਬਚਿਆ ਨਹੀਂ। ਪ੍ਰਭੂ ਸਵਰਗ ਤੋਂ ਹੇਠ ਮਨੁੱਖੀ ਸੰਤਾਨ ਨੂੰ ਦੇਖਦਾ ਹੈ ਕਿ ਦੇਖੇ ਕੋਈ ਜਨ ਵੀ ਸਮਝ ਤੋਂ ਕੰਮ ਲੈਂਦਾ ਹੈ ਜਾਂ ਨਹੀਂ, ਕੀ ਉਹ ਪਰਮੇਸ਼ਰ ਦੀ ਖੋਜ ਕਰਦਾ ਹੈ। ਪਰ ਸਭ ਮਨੁੱਖੀ ਸੰਤਾਨ ਕੁਰਾਹੇ ਪੈ ਚੁੱਕੀ ਹੈ, ਉਹ ਸਭ ਦੇ ਸਭ ਭ੍ਰਿਸ਼ਟ ਹੋ ਚੁੱਕੇ ਹਨ, ਕੋਈ ਵੀ ਭਲਾ ਨਹੀਂ, ਨਹੀਂ ਹਾਂ ਇੱਕ ਵੀ ਨਹੀਂ। ਕੀ ਬੁਰੇ ਕੰਮ ਕਰਨ ਵਾਲੇ ਸਭ ਬੇਸਮਝ ਹਨ। ਹਾਂ ਇਹ ਸਭ ਜੋ ਪ੍ਰਭੂ ਲੋਕਾਂ ਨੂੰ ਰੋਟੀ ਦੀ ਤਰ੍ਹਾਂ ਖਾ ਰਹੇ ਹਨ, ਜੋ ਮੇਰੇ ਕੀ ਬੁਰੇ ਕੰਮ ਕਰਨ ਵਾਲੇ ਸਭ ਬੇਸਮਝ ਹਨ। ਹਾਂ ਸਭ ਜੋ ਮੇਰੇ ਲੋਕਾਂ ਨੂੰ ਰੋਟੀ ਦੀ ਤਰ੍ਹਾਂ ਖਾ ਰਹੇ ਹਨ, ਇਹ ਮੇਰਾ ਨਾਂ ਤੱਕ ਨਹੀਂ ਲੈਂਦੇ ਹਨ, ਪਰ ਇਹ ਸਭ ਭੈਭੀਤ ਹੋ ਉੱਠਣਗੇ, ਕਿਉਂਕਿ ਪਰਮੇਸ਼ਰ ਭਲਿਆਂ ਦੇ ਨਾਲ ਹੀ ਰਹਿੰਦਾ ਹੈ। ਦੁਸ਼ਟ ਗਰੀਬ ਦੇ ਕੰਮ ਨੂੰ ਵਿਗਾੜਦੇ ਹਨ, ਪਰ ਉਸ ਦਾ ਬਚਾਓ ਪ੍ਰਭੂ ਹੈ। ਹਾਂ ਇਸਰਾਇਲ ਦੇ ਲਈ ਸਿਯੋਨ ਵਿੱਚੋਂ ਛੁਟਕਾਰਾ ਦੇਣ ਵਾਲਾ ਆਵੇਗਾ। ਪ੍ਰਭੂ ਆਪਣੇ ਲੋਕਾਂ ਦੀ ਦਾਸਤਾ ਨੂੰ ਖਤਮ ਕਰੇਗਾ, ਤਦ ਯਾਕੂਬ ਆਨੰਦ ਹੋਵੇਗਾ ਅਤੇ ਇਸਰਾਇਲੀ ਖੁਸ਼ੀ ਮਨਾਵੇਗਾ। ਆਮੀਨ। ਇਹਦੇ ਵਿੱਚ ਭਵਿੱਖਬਾਣੀਆਂ ਕਿੱਥੇ ਆ? ਕਿਹੜੀ ਆਇਤ ਆ? ਪ੍ਰਭੂ ਆਪਣੇ ਲੋਕਾਂ ਦੀ ਦਾਸਤਾਨ ਨੂੰ। ਐਬਸੋਲੂਟਲੀ ਹੁਣ ਤੁਹਾਨੂੰ ਕੈਚ ਕਰਨੀ ਚੀਜ਼ਾਂ ਆ ਗਈਆਂ। ਇਹਦੇ ਵਿੱਚ ਭਵਿੱਖਬਾਣੀ ਆ। ਸੋ ਸਾਰੀ ਮੂਰਖਤਾ ਉਸਨੇ ਦੱਸੀ ਆ, ਸਾਡਾ ਸਾਰਾ ਪਾਪ ਦੱਸਿਆ, ਲੇਕਿਨ ਛੁਟਕਾਰਾ ਕੌਣ ਦੇਗਾ? ਭਵਿੱਖਬਾਣੀ ਛੁਟਕਾਰਾ ਦੇਣ ਵਾਲਾ ਆਏਗਾ। ਯਾਕੂਬ ਦੀ ਸੰਤਾਨ ਖੁਸ਼ੀ ਮਨਾਏਗੀ, ਇਜ਼ਰਾइल ਮਾਰੇ ਮਰੇਗਾ। Isn't that amazing? ਸੋ ਕੀ ਹੋ ਰਿਹਾ ਇਸ ਵੇਲੇ? ਮੂਰਖਤਾ ਦੇ ਵਿੱਚ ਫਿਰਿਓ, ਉਹ ਫਸੇ ਹੋ, ਜਾਂ ਹਰ ਪਾਸੇ ਤੋਂ ਮੂਰਖਤਾ ਆ। ਲੇਕਿਨ ਇੱਥੇ ਦੇਖੋ ਜ਼ਬੂਰ ਕਿੰਨਾ, ਨੰਬਰ 1 ਜ਼ਬੂਰ ਕਿੱਦਾਂ ਸੈੱਟ ਬਹਿੰਦਾ ਪਿਆ, ਔਰ ਨੰਬਰ 2 ਦੇ ਉੱਤੇ ਇਸ ਦੇ ਜਿਹੜੇ ਬੋਲ ਆ, ਕਿੱਦਾਂ ਹਰ ਇੱਕ ਚੀਜ਼ ਦੇ ਵਿੱਚ ਸਾਨੂੰ ਮਸੀਹ ਦੀ ਸ਼ਕਲ ਦਿਸਦੀ ਪਈ ਹੈ, ਸ਼ਕਲ ਦਿਸਦੀ ਪਈ ਹੈ, ਪ੍ਰਭੂ ਦੀ ਆਵਾਜ਼ ਸੁਣਦੀ ਪਈ ਹੈ। ਜਾਂ ਅਸੀਂ ਥਿਆਫਨੀ ਦੇਖ ਰਹੇ ਹਾਂ ਜਾਂ ਅਸੀਂ ਕ੍ਰਿਸਟਾਫਨੀ ਦੇਖ ਰਹੇ ਹਾਂ, ਦੋ ਸ਼ਬਦ ਵਰਤੇ ਜਾਂਦੇ। ਜਾਂ ਸਾਨੂੰ ਪ੍ਰਭੂ ਦੇ ਪਿਆਰੇ ਬਾਪ ਦੀ ਸਾਨੂੰ ਆਵਾਜ਼ ਸੁਣਦੀ ਆ, ਜਾਂ ਸਾਨੂੰ ਮਸੀਹ ਦੇ ਬਾਰੇ ਆਵਾਜ਼ ਸੁਣਦੀ ਆ। ਛੁਟਕਾਰਾ ਦੇਣ ਵਾਲਾ ਕੌਣ ਆ? ਸੋ ਆਓ ਹੁਣ ਅਸੀਂ 53 ਜ਼ਬੂਰ 'ਚ ਚੱਲੀਏ, ਔਰ ਉੱਥੇ ਅਸੀਂ ਪ੍ਰਭੂ ਦੇ ਬਚਨ 'ਚੋਂ ਦੇਖਾਂਗੇ। ਸਾਮ 50 ਛੋਟੇ ਜ਼ਬੂਰ ਆ ਸਾਰੇ। ਮੈਂ ਪੜ੍ਹਦੇ ਹਾਂ ਪਾਸਟਰ ਜੀ। ਹਾਂਜੀ, ਜਿਹਨੂੰ ਮਿਲ ਮਨੁੱਖ ਦੀ ਦੋਸਤਾ।
ਮੂਰਖ ਮਨੁੱਖ ਨੇ ਆਪਣੇ ਮਨ ਵਿੱਚ ਕਿਹਾ, ਪਰਮੇਸ਼ਰ ਹੈ ਨਹੀਂ। ਉਹ ਲੋਕ ਭ੍ਰਸ਼ਟ ਹੋ ਚੁੱਕੇ ਹਨ, ਉਹ ਅਨਿਆਂ ਕਰਦੇ ਹਨ, ਭਲਾਈ ਕਰਨ ਵਾਲਾ ਕੋਈ ਵੀ ਨਹੀਂ ਰਿਹਾ। ਪਰਮੇਸ਼ਰ ਨੇ ਸਵਰਗ ਤੋਂ ਮਾਨਵ ਨੂੰ ਦੇਖਿਆ ਤਾਂ ਜੋ ਦੇਖੇ ਕਿ ਧਰਤੀ ਤੇ ਕੋਈ ਮਨੁੱਖ ਸਮਝਦਾਰ ਹੈ ਜੋ ਉਸ ਦਾ ਖੋਜੀ ਹੈ। ਸਭ ਮਨੁੱਖ ਭਟਕ ਚੁੱਕੇ ਹਨ, ਉਹ ਸਭ ਅਸ਼ੁੱਧ ਹੋ ਗਏ ਹਨ, ਕੋਈ ਵੀ ਭਲਾਈ ਨਹੀਂ ਕਰਦਾ, ਹਾਂ ਇੱਕ ਵੀ ਨਹੀਂ। ਤਦ ਪਰਮੇਸ਼ਰ ਨੇ ਕਿਹਾ, ਕੀ ਇਹ ਕੁਕਰਮੀ ਨਹੀਂ ਸਮਝਦੇ? ਇਹ ਮੇਰੇ ਲੋਕਾਂ ਨੂੰ ਰੋਟੀ ਦੀ ਤਰ੍ਹਾਂ ਚੱਟ ਕਰ ਗਏ ਹਨ। ਇਹ ਪਰਮੇਸ਼ਰ ਦਾ ਨਾਂ ਹੀ ਨਹੀਂ ਲੈਂਦੇ ਹਨ, ਪਰ ਉਹ ਉੱਥੇ ਬਹੁਤ ਭੈਭੀਤ ਹੋ ਜਾਣਗੇ ਜਿੱਥੇ ਪਹਿਲਾਂ ਭੈ ਦਾ ਨਾਂ ਥੇ ਵੀ ਨਹੀਂ ਰਿਸੀ। ਪਰਮੇਸ਼ਰ ਤੇਰੇ ਵਿਰੋਧੀਆਂ ਨੂੰ ਚੂਰ ਚੂਰ ਕਰ ਦੇਵੇਗਾ, ਤੂੰ ਉਹਨਾਂ ਨੂੰ ਸ਼ਰਮਿੰਦਿਆ ਕਰੇਗਾ, ਕਿਉਂਕਿ ਪਰਮੇਸ਼ਰ ਨੇ ਉਹਨਾਂ ਨੂੰ ਛੱਡ ਦਿੱਤਾ ਹੈ। ਇਹ ਸੱਚ ਹੈ ਕਿ ਇਜ਼ਰਾਈਲ ਦੀ ਮੁਕਤੀ ਸਿਯੋਨ ਤੋਂ ਹੈ। ਪਰਮੇਸ਼ਰ ਆਪਣੇ ਲੋਕਾਂ ਦਾ ਪ੍ਰਵਾਸ ਕੱਟੇਗਾ, ਯਾਕੂਬ ਦੀ ਸੰਤਾਨ ਆਨੰਦ ਮਨਾਵੇਗੀ ਅਤੇ ਇਸਰਾਇਲ ਖੁਸ਼ ਹੋਵੇਗਾ। ਇਹਦੇ ਵਿੱਚ ਦੋ ਚੀਜ਼ਾਂ ਆ। ਇਹਦੇ ਵਿੱਚ ਸਾਨੂੰ ਪ੍ਰਭੂ ਦੀ ਆਵਾਜ਼ ਵੀ ਸੁਣਦੀ ਪਈ ਆ ਔਰ ਮਸੀਹ ਦੀ ਭਵਿੱਖਬਾਣੀ ਵੀ ਦਿਸਦੀ ਪਈ ਆ। ਉਹ ਕਿੱਥੇ ਆ? ਹਾਂਜੀ, ਹੈਗਾ ਆ, ਪਰਮੇਸ਼ਰ ਨੂੰ ਚੂਰ ਚੂਰ ਕਰ ਦੇਵੇਗਾ, ਤੂੰ ਉਹਨਾਂ ਨੂੰ ਸ਼ਰਮਿੰਦਿਆ ਕਰੇਗਾ, ਕਿਉਂਕਿ ਪਰਮੇਸ਼ਰ ਨੇ ਉਹਨਾਂ ਨੂੰ ਛੱਡ ਦਿੱਤਾ ਹੈ। ਠੀਕ ਹੈ, ਆਵਾਜ਼ ਸਿੱਧੀ ਆਉਂਦੀ ਹੁੰਦੀ ਹੈ, ਤਦ ਪਰਮੇਸ਼ਰ ਨੇ ਕਿਹਾ। ਜੋ ਚੌਥੀ ਆਇਤ, ਔਰ ਜਿਹੜੀ ਸਾਨੂੰ ਜਿਹੜੀ ਪ੍ਰਭੂ ਨੇ ਆਉਣ ਵਾਲੀ ਭਵਿੱਖਬਾਣੀ ਦਿੱਤੀ ਆ, ਉਹ ਉਸਨੇ 6ਵੀਂ ਆਇਤ ਦੇ ਵਿੱਚ ਦਿੱਤੀ ਆ। ਸੋ ਹੁਣ ਇਹਨਾਂ ਜ਼ਬੂਰਾਂ ਨੂੰ ਸਮਝਾਉਣ ਦੀ ਲੋੜ ਨਹੀਂ ਹੈਗੀ, ਕਿਉਂਕਿ ਅਸੀਂ ਜਿਹੜੇ ਹਿੱਸਿਆਂ ਦੇ ਵਿੱਚ ਦੀ ਲੰਘਦੇ ਪਏ ਆ, ਉਹ ਹਿੱਸੇ ਸਾਨੂੰ ਸਮਝਾਈ ਚਲੀ ਜਾਂਦੇ ਆ ਇਹਨਾਂ ਦੇ ਬਾਰੇ। ਠੀਕ, ਸੋ ਆਓ ਹੁਣ ਆਪਾਂ ਦੂਸਰਾ ਸੈਮੂਅਲ 16ਵਾਂ ਭਾਵ, ਉਹ ਸਾਰੇ ਦੇ ਸਾਰੇ ਨੂੰ ਆਪਾਂ ਪੜਾਂਗੇ, ਸਾਰਾ ਪੂਰਾ ਚੈਪਟਰ ਜਿਸ ਨੂੰ ਮਿਲ ਜਾਏ ਪੜ੍ਹ ਦੇਵੇ। ਮੈਂ ਪੜ੍ਹ ਦਿੰਦੀ ਪਾਸਟਰ ਜੀ। ਥੈਂਕ ਯੂ ਭੈਣ ਮੇਰੀ। ਦਾਊਦ ਅਤੇ ਸੀਬਾ। ਜਦੋਂ ਦਾਊਦ ਕੁਝ ਦੂਰ ਪਹਾੜ ਦੀ ਚੋਟੀ ਉੱਤੇ ਚਲਾ ਗਿਆ ਤਾਂ ਉਸਨੇ ਟੂਰੀ ਉੱਤੇ ਮੈਫੀਬੋਸ਼ਤ ਦੇ ਨੌਕਰ ਸੀਬਾ ਨੂੰ ਆਪਣੇ ਵੱਲ ਆਉਂਦੇ ਦੇਖਿਆ। ਸੀਬਾ ਦੇ ਨਾਲ ਕੁਝ ਗਧੇ ਵੀ ਸਨ, ਜਿਨ੍ਹਾਂ ਉੱਤੋਂ 200 ਰੋਟੀਆਂ, 100 ਗੁੱਛਾ ਅੰਗੂਰਾਂ ਦਾ, 100 ਗੁੱਛੇ ਹੋਰ ਤਾਜ਼ੇ ਫਲਾਂ ਦੇ ਅਤੇ ਇੱਕ ਮਸ਼ਕ ਦਾਖਸਾਰ ਦੀ ਲੱਦੀ ਹੋਈ ਸੀ। ਦਾਊਦ ਨੇ ਸੀਬਾ ਤੋਂ ਪੁੱਛਿਆ, ਤੂੰ ਇਸ ਸਮਾਨ ਦੇ ਨਾਲ ਕਿੱਥੇ ਜਾ ਰਿਹਾ ਹੈ? ਸੀਬਾ ਨੇ ਉੱਤਰ ਦਿੱਤਾ, ਇਹ ਗਧੇ ਰਾਜਾ ਦੇ ਟੱਬਰ ਦੇ ਲੋਕਾਂ ਦੀ ਸਵਾਰੀ ਲਈ ਹਨ ਅਤੇ ਫਲ ਇਹਨਾਂ ਸਭ ਆਦਮੀਆਂ ਲਈ ਹਨ, ਅਤੇ ਦਾਖਸਰ ਜਦੋਂ ਇਹ ਥੱਕ ਜਾਣ ਤਾਂ ਇਹਨਾਂ ਦੇ ਪੀਣ ਲਈ ਹੈ। ਫਿਰ ਦਾਊਦ ਨੇ ਉਸ ਤੋਂ ਪੁੱਛਿਆ, ਸਾਊਲ ਦਾ ਪੋਤਾ ਮਫੀਬੋਸ਼ਤ ਕਿੱਥੇ ਹੈ? ਸੀਬਾ ਨੇ ਉੱਤਰ ਦਿੱਤਾ, ਉਹ ਯਰੂਸ਼ਲਮ ਵਿੱਚ ਹੀ ਰਹਿ ਰਿਹਾ ਹੈ। ਉਹ ਸੋਚ ਰਿਹਾ ਹੈ ਕਿ ਹੁਣ ਇਜ਼ਰਾਈਲੀ ਉਸਦੇ ਦਾਦੇ ਦਾ ਰਾਜ ਉਸਨੂੰ ਮੋੜ ਦੇਣਗੇ। ਦਾਊਦ ਨੇ ਸੀਬਾ ਨੂੰ ਕਿਹਾ, ਜੋ ਮਫੀਬੋਸ਼ਤ ਦਾ ਹੈ, ਸਭ ਕੁਝ ਅੱਜ ਤੋਂ ਤੇਰਾ ਹੋਇਆ। ਸੀਬਾ ਨੇ ਉੱਤਰ ਦਿੱਤਾ, ਮੈਂ ਤਾਂ ਮਹਾਰਾਜ ਤੁਹਾਡਾ ਗੁਲਾਮ ਹਾਂ। ਦਾਊਦ ਤੇ ਸ਼ਮਈ। ਫਿਰ ਜਦੋਂ ਦਾਊਦ ਬਹਰੀਮ ਵਿੱਚ ਪਹੁੰਚਿਆ ਤਾਂ ਉੱਥੇ ਉਸਨੂੰ ਸਾਊਲ ਦਾ ਇੱਕ ਸੰਬੰਧੀ ਗੇਰਾ ਦਾ ਪੁੱਤਰ ਸ਼ਮਈ ਮਿਲਿਆ, ਜੋ ਉਸਨੂੰ ਸਰਾਪ ਦੇ ਰਿਹਾ ਸੀ। ਸ਼ਮਈ ਦਾਊਦ ਅਤੇ ਉਸਦੇ ਨਾਲ ਦੇ ਲੋਕਾਂ ਉੱਤੇ ਪੱਥਰ ਸੁੱਟਣ ਲੱਗਾ, ਪਰ ਰਾਜਾ ਦੇ ਚਾਰੇ ਪਾਸੋਂ ਉਸਦੇ ਸੁਰੱਖਿਆ ਦਲ ਦੇ ਲੋਕ ਸਨ। ਸ਼ਮਈ ਦਾਊਦ ਨੂੰ ਇਹ ਕਹਿ ਕੇ ਸਰਾਪ ਦੇ ਰਿਹਾ ਸੀ, ਤੂੰ ਬਾਹਰ ਨਿਕਲ, ਤੂੰ ਕਾਤਲ ਹੈ, ਤੂੰ ਘਿਨਾਉਣਾ ਹੈ। ਤੂੰ ਸਾਊਲ ਦੇ ਟੱਬਰ ਦੇ ਬਹੁਤ ਸਾਰੇ ਲੋਕਾਂ ਦਾ ਕਤਲ ਕਰਕੇ ਉਸਦਾ ਰਾਜ ਲੈ ਲਿਆ ਸੀ। ਇਸ ਦੇ ਬਦਲੇ ਵਿੱਚ ਹੁਣ ਪ੍ਰਭੂ ਤੈਨੂੰ ਸਜ਼ਾ ਦੇ ਰਿਹਾ ਹੈ। ਪ੍ਰਭੂ ਨੇ ਤੇਰਾ ਰਾਜ ਤੇਰੇ ਹੀ ਪੁੱਤਰ ਅਬਸ਼ਾਲੋਮ ਨੂੰ ਦੇ ਦਿੱਤਾ ਹੈ ਅਤੇ ਤੂੰ ਇੱਕ ਕਾਤਲ ਦੀ ਤਰ੍ਹਾਂ ਨਾਸ਼ ਹੋ ਰਿਹਾ ਹੈ। ਇਸ ਤੋਂ ਸਰੂਆ ਦੇ ਪੁੱਤਰ ਅਬਿਸ਼ਈ ਨੇ ਰਾਜਾ ਨੂੰ ਕਿਹਾ, ਇਹ ਆਦਮੀ ਜੋ ਮਰੇ ਕੁੱਤੇ ਦੇ ਬਰਾਬਰ ਹੈ, ਮਹਾਰਾਜ ਨੂੰ ਕਿਉਂ ਸਰਾਪ ਦੇ ਰਿਹਾ ਹੈ? ਜੇਕਰ ਆਗਿਆ ਦੇਵੋ ਤਾਂ ਮੈਂ ਜਾ ਕੇ ਇਸ ਦਾ ਸਿਰ ਇਸ ਦੇ ਧੜ ਤੋਂ ਵੱਖ ਕਰ ਦੇਵਾਂ। ਪਰ ਦਾਊਦ ਨੇ ਸਰੂਆ ਦੇ ਦੋਹਾਂ ਪੁੱਤਰਾਂ ਅਬਿਸ਼ਈ ਅਤੇ ਯੋਆਬ ਨੂੰ ਕਿਹਾ, ਨਹੀਂ, ਇਸ ਵਿੱਚ ਤੁਸੀਂ ਦਖਲ ਨਹੀਂ ਦੇ ਸਕਦੇ ਹੋ। ਜੇਕਰ ਸੱਚਮੁੱਚ ਪ੍ਰਭੂ ਤੋਂ ਮਿਲੀ ਪ੍ਰੇਰਨਾ ਨਾਲ ਉਹ ਮੈਨੂੰ ਸਰਾਪ ਦੇ ਰਿਹਾ ਹੈ ਤਾਂ ਉਸ ਨੂੰ ਕੋਈ ਵੀ ਕੁਝ ਨਹੀਂ ਕਰ ਸਕਦਾ ਹੈ। ਦਾਊਦ ਨੇ ਅੱਗੇ ਅਬਿਸ਼ਈ ਅਤੇ ਆਪਣੇ ਬਾਕੀ ਦੇ ਅਧਿਕਾਰੀਆਂ ਨੂੰ ਕਿਹਾ, ਫਿਰ ਮੇਰਾ ਤਾਂ ਆਪਣਾ ਮੇਰੀ ਜਾਨ ਦਾ ਗਾਹਕ ਬਣਿਆ ਬੈਠਾ ਹੈ, ਤਾਂ ਫਿਰ ਤੁਸੀਂ ਇਸ ਬਿਨਯਾਮੀਨੀ ਨੂੰ ਕੀ ਕਹਿ ਸਕਦੇ ਹੋ? ਜੇਕਰ ਪ੍ਰਭੂ ਨੇ ਹੀ ਉਸ ਨੂੰ ਇਹ ਸਰਾਪ ਦੇਣ ਲਈ ਕਿਹਾ ਤਾਂ ਉਸ ਨੂੰ ਦੇਣ ਦਿਓ ਅਤੇ ਉਸ ਨੂੰ ਇਕੱਲਿਆਂ ਛੱਡ ਦੇਵੋ। ਹੋ ਸਕਦਾ ਹੈ ਪ੍ਰਭੂ ਮੇਰੇ ਦੁੱਖਾਂ ਨੂੰ ਦੇਖ ਕੇ ਮੇਰੀ ਸੁਧ ਲਵੇ ਅਤੇ ਇਸ ਸਰਾਪ ਨੂੰ ਮੇਰੇ ਲਈ ਅਸੀਸ ਵਿੱਚ ਬਦਲ ਦੇਵੇ। ਸੋ ਦਾਊਦ ਅਤੇ ਉਸਦੇ ਲੋਕ ਆਪਣੇ ਰਾਹੇ ਤੁਰ ਗਏ ਅਤੇ ਸ਼ਮਈ ਵੀ ਉਹਨਾਂ ਦੇ ਨਾਲ ਪਹਾੜੀ ਦੇ ਕੰਢੇ ਉੱਤੇ ਚੱਲਦਾ ਗਿਆ।
ਉਹ ਉਹਨਾਂ ਨੂੰ ਸਰਾਪ ਦਿੰਦਿਆਂ ਹੋਇਆਂ ਉਹਨਾਂ ਉੱਤੇ ਪੱਥਰ ਅਤੇ ਘੱਟਾ ਸੁੱਟਦਾ ਜਾਂਦਾ ਸੀ। ਰਾਜਾ ਤੇ ਉਸਦੇ ਨਾਲ ਦੇ ਲੋਕ ਜਰਦਨ ਦਰਿਆ ਤੱਕ ਜਾਂਦੇ ਹੋਏ ਥੱਕ ਗਏ ਸਨ, ਇਸ ਲਈ ਉਹਨਾਂ ਨੇ ਉੱਥੇ ਪਹੁੰਚ ਕੇ ਆਰਾਮ ਕੀਤਾ। ਅਬਸ਼ਾਲੋਮ ਯਰੂਸ਼ਲਮ ਵਿੱਚ। ਤਦ ਅਬਸ਼ਾਲੋਮ ਉਸਦੇ ਨਾਲ ਦੇ ਸਭ ਲੋਕ ਅਹੀਥੋਫਲ ਸਮੇਤ ਯਰੂਸ਼ਲਮ ਵਿੱਚ ਪਹੁੰਚ ਗਏ। ਉਸ ਸਮੇਂ ਹੁਸ਼ਈ ਦਾਊਦ ਦਾ ਜਿਗਰੀ ਮਿੱਤਰ ਅਬਸ਼ਾਲੋਮ ਨੂੰ ਮਿਲਿਆ ਅਤੇ ਬੋਲਿਆ, ਰਾਜਾ ਦੀ ਜੈ, ਰਾਜਾ ਜਿਉਂਦਾ ਰਹੇ। ਅਬਸ਼ਾਲੋਮ ਨੇ ਹੁਸ਼ਈ ਨੂੰ ਕਿਹਾ, ਤੇਰੇ ਜਿਗਰੀ ਮਿੱਤਰ ਦਾਊਦ ਦਾ ਕੀ ਹਾਲ ਹੈ? ਤੂੰ ਉਸਦੇ ਨਾਲ ਕਿਉਂ ਨਹੀਂ ਗਿਆ? ਹੁਸ਼ਈ ਨੇ ਉੱਤਰ ਦਿੱਤਾ, ਮੈਂ ਉਸਦੇ ਨਾਲ ਨਹੀਂ ਜਾ ਸਕਦਾ। ਮੇਰੇ ਲਈ ਤਾਂ ਤੁਸੀਂ ਹੀ ਰਾਜਾ ਹੋ, ਜਿਸ ਨੂੰ ਪ੍ਰਭੂ ਨੇ ਚੁਣਿਆ ਹੈ ਅਤੇ ਇਹਨਾਂ ਲੋਕਾਂ ਨੇ ਸਵੀਕਾਰ ਕੀਤਾ ਹੈ। ਫਿਰ ਮੈਂ ਆਪਣੇ ਮਾਲਕ ਦੇ ਪੁੱਤਰ ਦੀ ਹੀ ਸੇਵਾ ਕਰਾਂਗਾ। ਮੈਂ ਠੀਕ ਜਿਸ ਤਰ੍ਹਾਂ ਤੁਹਾਡੇ ਪਿਤਾ ਦੀ ਸੇਵਾ ਕੀਤੀ ਹੈ, ਤੁਹਾਡੀ ਵੀ ਕਰਾਂਗਾ। ਅਬਸ਼ਾਲੋਮ ਨੇ ਅਹੀਥੋਫਲ ਨੂੰ ਕਿਹਾ, ਤੇਰੀ ਕੀ ਸਲਾਹ ਹੈ ਕਿ ਅਸੀਂ ਹੁਣ ਕੀ ਕਰੀਏ? ਅਹੀਥੋਫਲ ਨੇ ਅਬਸ਼ਾਲੋਮ ਨੂੰ ਕਿਹਾ, ਤੂੰ ਜਾ ਕੇ ਆਪਣੇ ਪਿਤਾ ਦੀਆਂ ਉਹਨਾਂ ਰਖੇਲਾਂ ਨਾਲ ਸੰਗ ਕਰ, ਜਿਨ੍ਹਾਂ ਨੂੰ ਪਿੱਛੇ ਮਹਿਲ ਦੀ ਦੇਖਭਾਲ ਲਈ ਛੱਡ ਗਿਆ ਹੈ। ਇਸ ਤੋਂ ਸਭ ਲੋਕ ਜਾਣਨਗੇ ਕਿ ਤੇਰਾ ਪਿਤਾ ਸੱਚਮੁੱਚ ਤੇਰੇ ਨਾਲ ਘਿਰਣਾ ਕਰਦਾ ਸੀ ਅਤੇ ਤੇਰੇ ਪਿੱਛੇ ਚੱਲਣ ਵਾਲਿਆਂ ਨੂੰ ਉਤਸ਼ਾਹ ਵੀ ਮਿਲੇਗਾ। ਸੋ ਉਹਨਾਂ ਨੇ ਮਹਿਲ ਦੀ ਛੱਤ ਉੱਤੇ ਅਬਸ਼ਾਲੋਮ ਲਈ ਤੰਬੂ ਲਾ ਦਿੱਤਾ ਅਤੇ ਉਸਨੇ ਸਭ ਇਜ਼ਰਾਈਲੀਆਂ ਦੇ ਦੇਖਦਿਆਂ ਹੋਇਆਂ ਆਪਣੇ ਪਿਤਾ ਦੀਆਂ ਰਖੇਲਾਂ ਨਾਲ ਸੰਗ ਕੀਤਾ। ਅਹੀਥੋਫਲ ਦੀ ਸਲਾਹ ਨੂੰ ਉਸ ਸਮੇਂ ਪਰਮੇਸ਼ਵਰ ਦਾ ਵਚਨ ਮੰਨਿਆ ਜਾਂਦਾ ਸੀ, ਇਸ ਲਈ ਉਸਦੀ ਦਾਊਦ ਅਤੇ ਅਬਸ਼ਾਲੋਮ ਦੋਵੇਂ ਮੰਨਦੇ ਸਨ। ਜਿਸ ਲਈ ਹੁਣ ਅਸੀਂ ਪ੍ਰਭੂ ਦੇ ਇਸ ਵਚਨ ਦੇ ਵਿੱਚ ਦੇਖਦੇ ਪਏ ਹਾਂ, ਇੱਥੋਂ ਸਾਨੂੰ ਬੜੀ ਵੱਡੀ ਦਇਆ ਦਿਖਾਈ ਦੇਗੀ। ਜਿਸ ਤਰ੍ਹਾਂ ਮੈਂ ਕਿਹਾ ਸੀ, ਅਸੀਂ ਪਹਿਲਾਂ ਪੜ੍ਹਦੇ ਸੀਗੇ ਕਿ ਪ੍ਰਭੂ ਨੇ ਦਾਊਦ ਨੇ ਜਿਹੜੀ ਆਪਣੇ ਆਪ ਨੂੰ ਸਜ਼ਾ ਦਿੱਤੀ ਆ, ਪ੍ਰਭੂ ਨੇ ਉਹਦੇ ਵਿੱਚ ਵੀ ਬਹੁਤ ਵੱਡੀ ਦਇਆ ਔਰ ਕਿਰਪਾ ਕੀਤੀ ਆ। ਬੜੀ ਵੱਡੀ ਪ੍ਰਭੂ ਨੇ ਰਹਿਮ ਕੀਤੀ ਆ। ਪਹਿਲਾਂ ਅਸੀਂ ਦਾਊਦ ਤੇ ਸ਼ੀਬਾ ਦਾ ਦੇਖਦੇ ਪਏ ਹਾਂ, ਉੱਥੇ ਅਸੀਂ ਇੱਕ ਦੇਖਦੇ ਪਏ ਇੱਕ ਚਲਾਕ ਆਦਮੀ ਜਿਹੜਾ ਦਾਊਦ ਦੇ ਕੋਲ ਆਇਆ ਔਰ ਉਸਨੇ ਆ ਕੇ ਜੋ ਉਹਦੇ ਮਨ ਦੇ ਵਿੱਚ ਬੀਜਿਆ ਕਿ ਜਿਹੜਾ ਸਾਊਲ ਦਾ ਜਿਹੜਾ ਪੋਤਾ ਆ, ਉਹ ਹੁਣ ਸੁਪਨੇ ਲੈਂਦਾ ਪਿਆ, ਹੁਣ ਉਹਨੂੰ ਰਾਜਾ ਬਣਾ ਦਿੱਤਾ ਜਾਏਗਾ। ਤੇ ਰਾਜਾ ਨੇ ਕਹਿ ਦਿੱਤਾ ਕਿ ਠੀਕ ਹੈ, ਜੇ ਉਹ ਏਦਾਂ ਹੈ ਤੇ ਫਿਰ ਉਹਦੀ ਜਾਇਦਾਦ ਤੇਰੀ ਹੋਈ, ਜਿਹੜੀ ਗਲਤ ਗੱਲ ਆ, ਇਹ ਗਲਤ ਗੱਲ ਆ। ਸੋ ਇਸ ਦਾ ਕੀ ਬਣੇਗਾ, ਇਸ ਨੂੰ ਅੱਗੇ ਜਾ ਕੇ ਦੇਖਾਂਗੇ। ਉਸ ਤੋਂ ਬਾਅਦ ਦਾਊਦ ਤੇ ਸ਼ਿਮਈ ਜਿਹੜਾ ਹੈਗਾ, ਉਹ ਬਿਨਯਾਮੀਨ ਕਬੀਲੇ ਦਾ ਇੱਕ ਬੰਦਾ ਆ। ਇਹ ਉਹ ਬੰਦੇ ਆ ਜਿਨ੍ਹਾਂ ਨੂੰ ਜਿਸ ਵੇਲੇ ਸਾਊਲ ਰਾਜ ਕਰਦਾ ਸੀ ਤਾਂ ਇਹਨਾਂ ਨੂੰ ਬੜੀਆਂ ਵੱਡੀਆਂ ਪੋਸਟਾਂ ਮਿਲੀਆਂ ਸੀ, ਕਿਉਂਕਿ ਉਸਨੇ ਕਿਹਾ ਸੀ, ਬਿਨਯਾਮੀਨਿਓ, ਤੁਹਾਨੂੰ ਕੌਣ ਤੁਹਾਨੂੰ ਇੰਨਾ ਉੱਚਾ ਚੁੱਕੇਗਾ, ਕੌਣ ਤੁਹਾਨੂੰ ਇਹ ਜਗ੍ਹਾਵਾਂ ਦੇਗਾ, ਕਿਹਾ ਸੀ ਨਾ ਉਸਨੇ। ਸੋ ਇਹ ਉਹ ਲੋਕ ਆ, ਔਰ ਸਾਨੂੰ ਪਤਾ ਕਿ ਜਿਸ ਵੇਲੇ ਇਹ ਲੋਕ ਹੁੰਦੇ ਆ, ਇਹਨਾਂ ਨੇ ਹਮੇਸ਼ਾ ਕਸੂਰ ਦੂਜੇ ਬੰਦੇ ਦਾ ਕੱਢਣਾ ਹੁੰਦਾ, ਇਹਨਾਂ ਨੂੰ ਆਦਤ ਹੁੰਦੀ ਆ। ਸੋ ਉਹਨਾਂ ਨੇ ਆਪਣੇ ਮਨ ਦੇ ਵਿੱਚ ਇੱਕ ਪੱਕੀ ਚੀਜ਼ ਸੋਚੀ ਹੋਆ ਕਿ ਦਾਊਦ ਨੇ ਸਾਰਾ ਸਾਊਲ ਦਾ ਖਾਨਦਾਨ ਮਾਰਿਆ, ਦਾਊਦ ਨੇ ਇਹ ਸਭ ਕੁਝ ਕੀਤਾ ਔਰ ਦਾਊਦ ਨੌਕਰ ਤੋਂ ਰਾਜਾ ਬਣ ਗਿਆ। ਸੋ ਹੁਣ ਇਹ ਕਹਿ ਕੇ ਘੱਟਾ ਉਡਾਉਂਦਾ ਪਿਆ। ਉਸ ਇਲਾਕੇ ਦਾ ਇੱਕ ਰਿਵਾਜ ਹੈ, ਜਿਸ ਲਈ ਤੁਸੀਂ ਕਿਸੇ ਨੂੰ ਸਰਾਫ ਦਿੰਦੇ ਆ ਤੇ ਉਹ ਘੱਟਾ ਉਡਾਉਂਦੇ ਉਹਦੇ ਉੱਤੇ। ਸੋ ਉਹ ਹੋ ਰਿਹਾ, ਜਿੱਦਾਂ ਪ੍ਰਭੂ ਨੇ ਕਿਹਾ ਕਿ ਜੇ ਕੋਈ ਤੁਹਾਡੀ ਆਵਾਜ਼ ਨੂੰ ਨਾ ਸੁਣੇ ਤਾਂ ਆਪਣੇ ਪੈਰ ਦੀ ਜੁੱਤੀ ਦੇ ਮਿੱਟੀ ਉੱਥੇ ਝਾੜ ਦੇਣੀ, ਸੇਮ ਚੀਜ਼ ਹੈ। ਸੋ ਉਹਨਾਂ ਨੇ ਘੱਟਾ ਉਡਾਇਆ ਤੇ ਉਹ ਸਰਾਫ ਦੇ ਰਿਹਾ। ਔਰ ਜਿਹੜਾ ਅਬਸ਼ਾਈ ਆ, ਉਹ ਪੁੱਛਦਾ ਪਿਆ ਕਿ ਮਾਲਕ ਮੈਂ ਕੀ ਕਰਾਂ ਇਹਦਾ। ਉਸਨੇ ਕਿਹਾ, ਕੁਛ ਨਾ ਕਹੀ, ਇਹਨੂੰ ਕੁਛ ਨਾ ਕਹੀ, ਕਿਉਂਕਿ ਪ੍ਰਭੂ ਸਾਡੇ ਨਾਲ ਆ, ਪ੍ਰਭੂ ਸਾਡੇ ਨਾਲ ਆ। ਔਰ ਇਹ ਹੋ ਸਕਦਾ ਕਿ ਪ੍ਰਭੂ ਇਹਦੀਆਂ ਸਰਾਫਾਂ ਨੂੰ ਮੇਰੇ ਲਈ ਬਰਕਤ ਦੇ ਵਿੱਚ ਬਦਲ ਦੇਵੇ। ਫਿਰ ਅਸੀਂ ਤੀਸਰੀ ਅਬਸ਼ਾਲੋਮ ਨੂੰ ਆਉਂਦੇ ਦੇਖਦੇ ਹਾਂ। ਅਬਸ਼ਾਲੋਮ ਜਿਸ ਲਈ ਜਰੂਸਲਮ ਦੇ ਵਿੱਚ ਆਇਆ, ਉਸਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਉਹਦੇ ਖਿਲਾਫ ਖੜਾ ਨਹੀਂ ਹੋਇਆ। ਗੇਟ ਖੋਲ ਦਿੱਤੇ ਗਏ, ਉਹ ਅੰਦਰ ਆ ਗਿਆ। ਦਾਊਦ ਨੇ, ਜਿਸ ਤਰ੍ਹਾਂ ਪ੍ਰਭੂ ਨੇ ਦਾਊਦ ਨੂੰ ਬੁੱਧੀ ਦਿੱਤੀ ਸੀ, ਜਗ੍ਹਾ ਜਗ੍ਹਾ ਤੇ ਉਸਨੇ ਆਪਣੇ ਬੰਦੇ ਲਾਏ। ਸੋ ਉਸ ਹਿਸਾਬ ਦੇ ਨਾਲ ਜਿਹੜੇ ਉਹ ਬੰਦੇ ਆ, ਉਹ ਅਸੀਂ ਕੱਲ ਹੀ ਇਸ ਨੂੰ ਪੜ੍ਹਿਆ ਸੀਗਾ ਕਿ ਦਾਊਦ ਨੇ ਕਿਹਾ ਸੀ, ਨਹੀਂ ਤੂੰ ਵਾਪਸ ਜਾ, ਤੂੰ ਉਸਨੂੰ ਕਹੀਂ ਕਿ ਜਿੱਦਾਂ ਮੈਂ ਤੇਰੇ ਬਾਪ ਦੀ ਸੇਵਾ ਕੀਤੀ,
मैं तेरी करूंगा। पहला प्रभु ने राजा उन्होंने बनाया, उन्होंने तेनों बनाया है। सो ये किहड़ा दाऊद दे घराने चों गल बाहर जा रही है, मैं तो सेवा ही करनी है। सो नाल वो मंत्री भी आ गया आ रहा आ। सो उसनूं पुछदा कि हुण की करना चाहिए। सो इत्थे वो सजा जिहड़ी दाऊद नूं कही सी कि ਉਹ ਤੇਰੀਆਂ ਪਤਨੀਆਂ ਤੇ ਤੇਰੀਆਂ ਰਖੇਲਾਂ ਦੇ ਨਾਲ ਖੁੱਲੇ ਆਮ ਸੰਗ ਕਰੇਗਾ। ਤੂੰ ਤਾਂ ਇਹ ਗੁਪਤ ਰੂਪ ਵਿੱਚ ਕੀਤਾ, ਉਹ ਖੁੱਲੇ ਆਮ ਕਰੇਗਾ। ਪਰ ਪ੍ਰਭੂ ਦੀ ਦਇਆ ਇਹ ਆ ਕਿ ਉੱਥੇ ਉਹ 4-5 ਰਖੇਲਾਂ ਹੀ ਆ, ਬਹੁਤੀਆਂ ਦਾਊਦ ਦੀਆਂ ਪਤਨੀਆਂ, ਦਾਊਦ ਦੇ ਬਾਕੀ ਬੱਚੇ, ਉਹ ਸਾਰੇ ਉੱਥੋਂ ਜਾ ਚੁੱਕੇ ਆ। ਸੋ ਅਸੀਂ ਦੇਖਦੇ ਕਿੱਦਾਂ ਪ੍ਰਭੂ ਨੇ ਸਜ਼ਾ ਘਟਾਈ ਆ, ਕਿਰਪਾ ਕੀਤੀ ਆ। ਸੋ ਹੁਣ ਅਸੀਂ 3 ਜ਼ਬੂਰ ਪੜਾਂਗੇ, ਜ਼ਬੂਰ 70, ਜ਼ਬੂਰ 27 ਤੇ ਜ਼ਬੂਰ 69। ਸੋ ਇਹਨਾਂ ਨੂੰ ਕੱਢ ਲਓ, ਜਿਸ ਨੂੰ ਮਿਲ ਜਾਏ ਉਹ ਦੋ ਪੜ੍ਹਦੇ ਜਾਓ। ਹਾਂਜੀ, 3 ਜ਼ਬੂਰ 828 ਸਫਾ। हे ਪ੍ਰਭੂ, ਮੇਰੇ ਬਹੁਤ ਬੈਰੀ ਹੋ ਗਏ ਹਨ, ਮੇਰੇ ਵਿਰੁੱਧ ਬਹੁਤਿਆਂ ਨੇ ਵਿਦਰੋਹ ਕੀਤਾ ਹੈ। ਬਹੁਤ ਸਾਰੇ ਹਨ ਜੋ ਇਸ ਤਰ੍ਹਾਂ ਕਹਿੰਦੇ ਹਨ, ਪਰਮੇਸ਼ਰ ਉਸ ਦਾ ਬਚਾਅ ਨਹੀਂ ਕਰੇਗਾ। हे ਪ੍ਰਭੂ, ਤੂੰ ਤਾਂ ਮੇਰੇ ਚਾਰੇ ਪਾਸੇ ਢਾਲ ਹੈ, ਤੂੰ ਮੇਰਾ ਮਾਣ ਹੈ, ਤੂੰ ਮੇਰੇ ਸਿਰ ਦਾ ਉੱਚਾ ਕਰਨ ਵਾਲਾ ਹੈ। ਮੈਂ ਉੱਚੀ ਆਵਾਜ਼ ਨਾਲ ਤੈਨੂੰ ਪੁਕਾਰਦਾ ਹਾਂ, ਤੂੰ ਮੈਨੂੰ ਆਪਣੇ ਪਵਿੱਤਰ ਪਹਾੜ ਤੋਂ ਉੱਤਰ ਦਿੰਦਾ ਹੈ। ਮੈਂ ਸੌਂ ਗਿਆ ਪਰ ਫਿਰ ਜਾਗ ਉੱਠਿਆ, ਕਿਉਂਕਿ ਪ੍ਰਭੂ ਮੈਨੂੰ ਸੰਭਾਲਦਾ ਹੈ। ਮੈਂ ਹਜ਼ਾਰਾਂ ਵੈਰੀਆਂ ਤੋਂ ਵੀ ਨਹੀਂ ਡਰਦਾ, ਉਹਨਾਂ ਨੇ ਮੈਨੂੰ ਚਾਰਾਂ ਪਾਸਿਆਂ ਤੋਂ ਘੇਰ ਰੱਖਿਆ ਹੈ। हे ਪ੍ਰਭੂ, ਉੱਠ, ਮੇਰੇ ਪਰਮੇਸ਼ਰ, ਮੇਰਾ ਬਚਾਅ ਕਰ। ਤੂੰ ਮੇਰੇ ਸਭ ਵੈਰੀਆਂ ਦੇ ਜਵਾੜਿਆਂ ਤੇ ਮਾਰਿਆ ਹੈ, ਤੂੰ ਦੁਸ਼ਟਾਂ ਦੇ ਦੰਦ ਤੋੜ ਦਿੱਤੇ ਹਨ। ਬਚਾਓ ਕੇਵਲ ਪ੍ਰਭੂ ਤੋਂ ਹੀ ਹੈ। हे ਪ੍ਰਭੂ, ਤੂੰ ਆਪਣੇ ਲੋਕਾਂ ਨੂੰ ਅਸੀਸ ਦੇ। ਆਮੀਨ। ਆਮੀਨ। ਹੁਣ ਕੋਈ ਜਣਾ ਪੜ੍ਹਦੇ 27। ਮੈਂ ਪੜ੍ਹ ਦਿੰਦਾ 27 ਪਾਸਟਰ ਜੀ। ਮੇਰਾ ਵੀਰਾ, ਫਿਰ ਇੱਕੋ ਹੀ ਜਣਾ ਕੱਢ ਲੈ 69। ਪ੍ਰਭੂ ਤੇ ਭਰੋਸਾ। ਪ੍ਰਭੂ ਮੇਰਾ ਚਾਨਣ ਅਤੇ ਛੁਟਕਾਰਾ ਦੇਣ ਵਾਲਾ ਹੈ, ਮੈਂ ਕਿਸ ਤੋਂ ਡਰਾਂ। ਉਹ ਮੇਰਾ ਜੀਵਨ ਰੱਖਕ ਹੈ, ਮੈਂ ਕਿਸ ਦਾ ਭੈ ਖਾਵਾਂ। ਜਦੋਂ ਬੁਰੇ ਲੋਕ ਮੇਰੇ ਵਿਰੁੱਧ ਉੱਠ ਖੜੇ ਹੋਏ, ਜਦੋਂ ਮੈਨੂੰ ਪਾੜ ਖਾਣ ਦੇ ਲਈ ਅੱਗੇ ਵਧੇ, ਤਦ ਉਹ ਮੇਰੇ ਸਭ ਬੁਰਾ ਚਾਹੁਣ ਵਾਲੇ ਅਤੇ ਵੈਰੀ ਡਿੱਗ ਪੈਣਗੇ। ਬੇਸ਼ੱਕ ਮੇਰੇ ਵਿਰੁੱਧ ਫੌਜਾਂ ਵੀ ਕਿਉਂ ਨਾ ਆ ਜਾਣ, ਪਰ ਮੈਂ ਨਹੀਂ ਡਰਾਂਗਾ। ਬੇਸ਼ੱਕ ਮੇਰੇ ਵਿਰੁੱਧ ਲੜਾਈਆਂ ਵੀ ਛਿੜ ਜਾਣ, ਪਰ ਮੈਂ ਬੇਫਿਕਰ ਰਹਾਂਗਾ। ਮੈਂ ਪ੍ਰਭੂ ਤੋਂ ਕੇਵਲ ਇਹੀ ਵਰਦਾਨ ਮੰਗਿਆ ਹੈ, ਜੋ ਜੀਵਨ ਪਰਮੇਸ਼ਰ ਦੇ ਘਰ ਵਿੱਚ ਰਹਿ ਸਕਾਂ। ਮੈਂ ਇਸੇ ਦੀ ਹੀ ਭਾਲ ਕਰਾਂਗਾ, ਤਾਂ ਜੋ ਮੈਂ ਪ੍ਰਭੂ ਦੀ ਸੁੰਦਰਤਾ ਦੇ ਦਰਸ਼ਨ ਕਰਾਂ ਅਤੇ ਉਸਦੇ ਮੰਦਰ ਵਿੱਚ ਧਿਆਨ ਕਰਾਂ। ਉਹ ਦੁੱਖ ਦੇ ਸਮੇਂ ਮੇਰੀ ਰੱਖਿਆ ਕਰੇਗਾ, ਉਹ ਆਪਣੇ ਤੰਬੂ ਹੇਠ ਮੈਨੂੰ ਆਸਰਾ ਦੇਵੇਗਾ ਅਤੇ ਉੱਚੀ ਚਟਾਨ ਉੱਤੇ ਖੜਿਆਂ ਕਰੇਗਾ। ਮੇਰਾ ਸਿਰ ਮੇਰੇ ਵੈਰੀਆਂ ਦੇ ਵਿਚਕਾਰ ਉੱਚਾ ਕੀਤਾ ਜਾਵੇਗਾ। ਮੈਂ ਪ੍ਰਭੂ ਦੇ ਤੰਬੂ ਵਿੱਚ ਆਨੰਦ ਦੀ ਕੁਰਬਾਨੀ ਚੜਾਵਾਂਗਾ, ਮੈਂ ਗੀਤਾਂ ਨਾਲ ਪ੍ਰਭੂ ਦੀ ਵਡਿਆਈ ਗਾਵਾਂਗਾ। हे ਪ੍ਰਭੂ, ਜਦੋਂ ਮੈਂ ਤੈਨੂੰ ਪੁਕਾਰਾਂ ਤਾਂ ਕਿਰਪਾ ਕਰਕੇ ਮੇਰੀ ਸੁਣਨਾ ਅਤੇ ਮੈਨੂੰ ਉੱਤਰ ਦੇਣਾ। ਮੇਰੇ ਮਨ ਨੇ ਤੇਰੀ ਇਹ ਆਵਾਜ਼ ਸੁਣੀ, ਤੂੰ ਮੇਰੇ ਦਰਸ਼ਨ ਦੀ ਭਾਲ ਕਰ। ਤਦ ਮੈਂ ਉੱਤਰ ਦਿੱਤਾ, हे ਪ੍ਰਭੂ, ਮੈਂ ਤੇਰੇ ਦਰਸ਼ਨ ਦੀ ਭਾਲ ਕਰਦਾ ਹਾਂ। ਤੂੰ ਆਪਣੇ ਆਪ ਨੂੰ ਮੇਰੇ ਤੋਂ ਨਾ ਛੁਪਾ, ਤੂੰ ਗੁੱਸੇ ਵਿੱਚ ਆਪਣੇ ਦਾਸ ਨੂੰ ਦੂਰ ਨਾ ਕਰ। ਤੂੰ ਹੀ ਮੇਰਾ ਮਦਦਗਾਰ ਰਿਹਾ ਹੈ। हे ਮੇਰੇ ਮੁਕਤੀ ਦਾਤਾ ਪਰਮੇਸ਼ਵਰ, ਤੂੰ ਮੈਨੂੰ ਨਾ ਛੱਡ ਅਤੇ ਨਾ ਤਿਆਗ। ਬੇਸ਼ੱਕ ਮੇਰੇ ਮਾਂ ਪਿਓ ਮੈਨੂੰ ਛੱਡ ਵੀ ਦੇਣ, ਪਰ ਪ੍ਰਭੂ ਮੇਰੀ ਫਿਰ ਵੀ ਸੰਭਾਲ ਕਰੇਗਾ। हे ਪ੍ਰਭੂ, ਤੂੰ ਮੈਨੂੰ ਆਪਣੇ ਰਾਹ ਬਾਰੇ ਸਿਖਾ, ਤੂੰ ਮੈਨੂੰ ਪੱਧਰੇ ਰਾਹ ਤੇ ਲੈ ਚੱਲ। ਤੂੰ ਮੈਨੂੰ ਮੇਰੇ ਵਿਦਰੋਹੀਆਂ ਦੀ ਇੱਛਾ ਅਨੁਸਾਰ ਨਾ ਛੱਡ। ਮੇਰੇ ਵਿਰੁੱਧ ਬਹੁਤ ਸਾਰੇ ਝੂਠੇ ਗਵਾਹ ਉੱਠ ਖੜੇ ਹੋਏ ਹਨ, ਉਹ ਖਤਰਨਾਕ ਆਵਾਜ਼ਾਂ ਕੱਸ ਰਹੇ ਹਨ। ਮੈਨੂੰ ਵਿਸ਼ਵਾਸ ਹੈ ਕਿ ਮੈਂ ਜਿਉਂਦਿਆਂ ਦੀ ਧਰਤੀ ਉੱਤੇ ਪ੍ਰਭੂ ਦੀ ਭਲਾਈ ਦੇ ਦਰਸ਼ਨ ਕਰਾਂਗਾ। ਪ੍ਰਭੂ ਦੀ ਉਡੀਕ ਰੱਖ, ਤਕੜਾ ਹੋ ਕੇ ਦਲੇਰੀ ਕਰ। ਹਾਂ, ਤੂੰ ਪ੍ਰਭੂ ਦੀ ਉਡੀਕ ਕਰ। ਆਮੀਨ। ਮੈਂ ਪੜ੍ਹਦੀ ਹਾਂ ਪਾਸਟਰ ਜੀ। ਤੁਸੀਂ ਦੇਖੋ ਕਿੱਦਾਂ ਇਹ ਜ਼ਬੂਰ ਸੈੱਟ ਬਹਿੰਦੇ ਪਏ ਆ, ਜਿਹੜੀ ਉਸਦੀ ਹਾਲਤ ਹੈ, ਜੋ ਕੁਛ ਹੈਗਾ, ਹਰ ਇੱਕ ਨਿੱਕੀ ਨਿੱਕੀ ਚੀਜ਼ ਉਹ ਪ੍ਰਭੂ ਦੇ ਮੂਹਰੇ ਰੱਖੀ ਚਲੀ ਜਾ ਰਹੀ ਹੈ। ਉਹਦੇ ਬੇਟੇ ਨੇ ਉਸਦੀ ਬੇਇੱਜ਼ਤੀ ਕੀਤੀ ਹੈ, ਲੇਕਿਨ ਉਸਨੇ ਉਹ ਵੀ ਪ੍ਰਭੂ ਦੇ ਚਰਨਾਂ ਦੇ ਵਿੱਚ ਰੱਖ ਦਿੱਤੀ। ਪ੍ਰਭੂ ਦੀ ਆਵਾਜ਼ ਆ ਰਹੀ, ਉਸਨੂੰ ਪ੍ਰਭੂ ਦੀ ਆਵਾਜ਼ ਸੁਣਾਈ ਦੇ ਰਹੀ ਹੈ। 69 ਹਾਂ ਮੇਰੀ ਪਿਆਰੀ ਭੈਣ। ਮਦਦ ਦੇ ਲਈ ਪੁਕਾਰ। हे ਪਰਮੇਸ਼ਵਰ, ਪਾਣੀ ਮੇਰੇ ਗਲ ਤੱਕ ਪਹੁੰਚ ਚੁੱਕਾ ਹੈ, ਮੈਂ ਡੂੰਘੀ ਦਲਦਲ ਵਿੱਚ ਖੁੱਭ ਚੁੱਕਾ ਹਾਂ।
ਪੈਰ ਰੱਖਣ ਤੱਕ ਦੀ ਵੀ ਉੱਥੇ ਥਾਂ ਨਹੀਂ। ਮੈਂ ਡੂੰਘੇ ਪਾਣੀਆਂ ਵਿੱਚ ਪਹੁੰਚ ਚੁੱਕਾ ਹਾਂ, ਮੇਰੇ ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਮੈਂ ਪੁਕਾਰਦਾ ਪੁਕਾਰਦਾ ਥੱਕ ਗਿਆ ਹਾਂ, ਮੇਰਾ ਸੰਗ ਵੀ ਸੁੱਕ ਗਿਆ ਹੈ। ਤੇਰੀ ਉਡੀਕ ਕਰਦਿਆਂ ਕਰਦਿਆਂ ਮੇਰੀਆਂ ਅੱਖਾਂ ਤੱਕ ਪੱਕ ਗਈਆਂ ਹਨ। ਮੇਰੇ ਘਿਰਣਾ ਕਰਨ ਵਾਲਿਆਂ ਦੀ ਗਿਣਤੀ ਮੇਰੇ ਸਿਰ ਦੇ ਵਾਲਾਂ ਤੋਂ ਵੀ ਅਧਿਕ ਹੈ। ਮੇਰੇ ਕਾਤਲ ਅਤ ਬਲਵੰਤ ਹਨ, ਉਹ ਮੇਰੇ ਤੇ ਝੂਠੇ ਵਾਰ ਕਰਦੇ ਹਨ ਕਿ ਮੈਂ ਉਹਨਾਂ ਨੂੰ ਉਹ ਵੀ ਮੋੜਾਂ ਜੋ ਮੈਂ ਉਹਨਾਂ ਤੋਂ ਲਿਆ ਵੀ ਨਹੀਂ। ਹੇ ਪਰਮੇਸ਼ਵਰ, ਤੂੰ ਮੇਰੀਆਂ ਬੇਵਕੂਫੀਆਂ ਨੂੰ ਜਾਣਦਾ ਹੈ, ਤੇਰੇ ਤੋਂ ਮੇਰਾ ਕੋਈ ਅਪਰਾਧ ਲੁਕਿਆ ਨਹੀਂ। ਹੇ ਪ੍ਰਭੂ ਸੈਨਾਵਾਂ ਦੇ ਪਰਮੇਸ਼ਵਰ, ਤੇਰੇ ਸ਼ਰਧਾਲੂ ਮੇਰੇ ਕਾਰਨ ਸ਼ਰਮਿੰਦੇ ਨਾ ਹੋਣ ਅਤੇ ਤੇਰੇ ਆਰਾਧਕ ਮੇਰੇ ਕਾਰਨ ਅਪਮਾਨਿਤ ਨਾ ਹੋਣ। ਤੇਰੇ ਕਾਰਨ ਹੀ ਮੈਂ ਅਪਮਾਨਿਤ ਹੋਇਆ ਹਾਂ ਅਤੇ ਸ਼ਰਮ ਕਾਰਨ ਮੈਂ ਮੂੰਹ ਉੱਚਾ ਨਹੀਂ ਕਰ ਸਕਦਾ ਹਾਂ। ਮੈਂ ਆਪਣੇ ਲੋਕਾਂ ਲਈ ਅਜਨਬੀ ਬਣ ਗਿਆ ਹਾਂ ਤੇ ਆਪਣੇ ਘਰ ਦੇ ਲੋਕਾਂ ਦੇ ਲਈ ਪਰਦੇਸੀ। ਹੇ ਪਰਮੇਸ਼ਵਰ, ਤੇਰੇ ਘਰ ਦੀ ਲਗਨ ਮੈਨੂੰ ਖਾ ਗਈ ਅਤੇ ਤੇਰੇ ਨਿੰਦਕਾਂ ਦੀ ਨਿੰਦਾ ਮੇਰੇ ਤੇ ਆ ਪਈ ਹੈ। ਮੈਂ ਵਰਤ ਰੱਖਿਆ ਤੇ ਰੋਇਆ, ਪਰ ਇਹ ਸਭ ਵੀ ਮੇਰੀ ਨਿੰਦਾ ਦਾ ਕਾਰਨ ਬਣਿਆ। ਮੈਂ ਸੋਗ ਵਸਤਰ ਪਹਿਨਿਆ, ਪਰ ਇਹ ਵੀ ਉਹਨਾਂ ਲਈ ਇੱਕ ਕਹਾਵਤ ਬਣ ਗਿਆ। ਬਾਹਰ ਥੜਿਆਂ ਤੇ ਬੈਠਣ ਵਾਲੇ ਮੇਰੇ ਬਾਰੇ ਗੱਲਾਂ ਕਰਦੇ ਹਨ ਅਤੇ ਸ਼ਰਾਬੀ ਮੇਰੇ ਤੇ ਬੋਲੀਆਂ ਕੱਸਦੇ ਹਨ। ਪਰ ਹੇ ਪ੍ਰਭੂ, ਮੈਂ ਤੇਰੇ ਅੱਗੇ ਹੀ ਪ੍ਰਾਰਥਨਾ ਕਰਾਂਗਾ, ਤੂੰ ਠੀਕ ਸਮੇਂ ਤੇ ਮੇਰੀ ਪ੍ਰਾਰਥਨਾ ਸੁਣ। ਹੇ ਪਰਮੇਸ਼ਵਰ, ਤੂੰ ਆਪਣੇ ਅਪਾਰ ਪਿਆਰ ਦੇ ਕਾਰਨ ਆਪਣੀ ਮੁਕਤੀ ਦੇ ਸੱਤ ਨਾਲ ਮੈਨੂੰ ਉੱਤਰ ਦੇ। ਤੂੰ ਮੈਨੂੰ ਡੂੰਘੀ ਦਲਦਲ ਤੋਂ ਬਾਹਰ ਕੱਢ ਅਤੇ ਮੈਨੂੰ ਇਸ ਵਿੱਚ ਖੁੱਭਣ ਨਾ ਦੇ। ਤੂੰ ਮੈਨੂੰ ਮੇਰੇ ਘਿਰਣਾ ਕਰਨ ਵਾਲਿਆਂ ਤੋਂ ਬਚਾ ਤੇ ਡੂੰਘੇ ਪਾਣੀਆਂ ਵਿੱਚੋਂ ਮੈਨੂੰ ਬਾਹਰ ਕੱਢ। ਪਾਣੀ ਦੀਆਂ ਛੱਲਾਂ ਮੇਰੇ ਉੱਤੋਂ ਦੀ ਨਾ ਲੰਘਣ, ਡੂੰਘੇ ਪਾਣੀ ਮੈਨੂੰ ਆਪਣੇ ਅੰਦਰ ਨਾ ਲੈਣ ਅਤੇ ਨਾ ਕਬਰ ਮੈਨੂੰ ਆਪਣੇ ਅੰਦਰ ਲਵੇ। ਹੇ ਪ੍ਰਭੂ, ਤੂੰ ਆਪਣੇ ਅਟਲ ਪਿਆਰ ਦੇ ਕਾਰਨ ਮੈਨੂੰ ਉੱਤਰ ਦੇ। ਤੂੰ ਆਪਣੀ ਅਪਾਰ ਕਿਰਪਾ ਦੇ ਕਾਰਨ ਮੇਰੇ ਵੱਲੋਂ ਮੂੰਹ ਨਾ ਮੋੜ। ਤੂੰ ਆਪਣਾ ਮੁੱਖ ਆਪਣੇ ਦਾਸ ਤੋਂ ਨਾ ਲੁਕਾ, ਕਿਉਂਕਿ ਮੈਂ ਦੁੱਖ ਵਿੱਚ ਹਾਂ। ਤੂੰ ਮੈਨੂੰ ਛੇਤੀ ਉੱਤਰ ਦੇ। ਤੂੰ ਮੇਰੇ ਨੇੜੇ ਆ ਕੇ ਮੈਨੂੰ ਬਚਾ ਤੇ ਮੇਰੇ ਵੈਰੀਆਂ ਤੋਂ ਮੈਨੂੰ ਛੁਡਾ। ਤੂੰ ਮੇਰੇ ਸਭ ਅਪਮਾਨ, ਨਿੰਦਾ ਅਤੇ ਸ਼ਰਮਿੰਦਗੀ ਨੂੰ ਜਾਣਦਾ ਹੈ। ਤੂੰ ਮੇਰੇ ਪ੍ਰਭੂ ਸਭ ਵੈਰੀਆਂ ਨੂੰ ਵੀ ਜਾਣਦਾ ਹੈ। ਨਿੰਦਾ ਨੇ ਮੇਰਾ ਦਿਲ ਤੋੜ ਛੱਡਿਆ ਹੈ। ਤੂੰ ਬਹੁਤ ਨਿਡਾਲ ਹੋ ਚੁੱਕਾ, ਮੈਂ ਬਹੁਤ ਨਿਡਾਲ ਹੋ ਚੁੱਕਾ ਹਾਂ। ਮੈਂ ਕਿਸੇ ਤਰਸਵੰਤ ਤੋਂ ਤਰਸ ਦੀ ਉਡੀਕ ਕੀਤੀ, ਪਰ ਮੇਰੇ ਤੇ ਕਿਸੇ ਨੇ ਤਰਸ ਨਾ ਖਾਧਾ। ਮੈਂ ਸਹਾਰੇ ਨੂੰ ਖੋਜਿਆ, ਪਰ ਮੈਨੂੰ ਕੋਈ ਸਹਾਰਾ ਨਾ ਮਿਲਿਆ। ਜਦੋਂ ਮੈਨੂੰ ਭੁੱਖ ਲੱਗੀ ਤਾਂ ਉਹਨਾਂ ਮੈਨੂੰ ਜ਼ਹਿਰ ਦਿੱਤਾ ਅਤੇ ਮੇਰੀ ਤੇ ਸਮੇਂ ਮੈਨੂੰ ਸਿਰਕਾ ਦਿੱਤਾ। ਉਹਨਾਂ ਦੇ ਭੋਜ ਉਹਨਾਂ ਦੇ ਲਈ ਜਾਲ ਬਣ ਜਾਣ ਅਤੇ ਉਹਨਾਂ ਦਾ ਅਮਨ ਚੈਨ ਉਹਨਾਂ ਲਈ ਫੰਦਾ ਬਣ ਜਾਵੇ। ਉਹਨਾਂ ਦੀਆਂ ਅੱਖਾਂ ਚੁੰਨੀਆਂ ਹੋ ਜਾਣ ਅਤੇ ਉਹਨਾਂ ਦੇ ਲੱਕ ਹਮੇਸ਼ਾ ਝੁਕੇ ਰਹਿਣ। ਤੂੰ ਉਹਨਾਂ ਤੇ ਆਪਣਾ ਗੁੱਸਾ ਡੋਲ ਅਤੇ ਤੇਰਾ ਭੜਕਦਾ ਕ੍ਰੋਧ ਉਹਨਾਂ ਨੂੰ ਨਾਸ਼ ਕਰੇ। ਉਹਨਾਂ ਦੇ ਕੈਂਪ ਉੱਜੜ ਜਾਣ ਅਤੇ ਉਹਨਾਂ ਦੇ ਤੰਬੂਆਂ ਵਿੱਚ ਕੋਈ ਨਾ ਰਹੇ। ਉਹ ਉਹਨਾਂ ਦਾ ਪਿੱਛਾ ਕਰਦੇ ਹਨ ਜਿਨ੍ਹਾਂ ਨੂੰ ਤੂੰ ਮਾਰਿਆ ਹੈ। ਉਹਨਾਂ ਦੀ ਪੀੜ ਦੇ ਬਾਰੇ ਗੱਲਾਂ ਕਰਦੇ ਹਨ ਜਿਨ੍ਹਾਂ ਨੂੰ ਤੂੰ ਜ਼ਖਮੀ ਕੀਤਾ ਹੈ। ਤੂੰ ਉਹਨਾਂ ਦੇ ਅਪਰਾਧਾਂ ਦਾ ਭਾਰ ਉਹਨਾਂ ਦੇ ਉੱਤੇ ਇਕੱਠਿਆਂ ਕਰ ਅਤੇ ਤੇਰੀ ਮੁਕਤੀ ਦੇ ਸਾਂਝਦਾਰੀ ਨਾ ਹੋਣ। ਜੀਵਨ ਦੀ ਪੋਥੀ ਵਿੱਚੋਂ ਉਹਨਾਂ ਦੇ ਨਾਂ ਮਿਟਾ ਦੇ ਅਤੇ ਉਹਨਾਂ ਦੇ ਨਾਂ ਭਲਿਆਂ ਦੇ ਨਾਲ ਨਾ ਲਿਖ। ਪਰ ਮੈਂ ਪੀੜ ਅਤੇ ਦੁੱਖ ਵਿੱਚ ਹਾਂ। ਹੇ ਪਰਮੇਸ਼ਵਰ, ਤੂੰ ਮੇਰਾ ਬਚਾਅ ਕਰਕੇ ਮੈਨੂੰ ਉੱਚਿਆਂ ਕਰ। ਮੈਂ ਪਰਮੇਸ਼ਵਰ ਦੇ ਨਾਂ ਦੀ ਮਹਿਮਾ ਗੀਤ ਗਾ ਕੇ ਕਰਾਂਗਾ ਤੇ ਧੰਨਵਾਦੀ ਗੀਤਾਂ ਨਾਲ ਉਸਦੀ ਵਡਿਆਈ ਕਰਾਂਗਾ। ਪ੍ਰਭੂ, ਇਹ ਸਭ ਬਲਦ ਬਲੀ ਅਤੇ ਸਿੰਘਾਂ ਤੇ ਖੁਰਦਾਰ ਬੱਚੇ ਦੀ ਬਲੀ ਤੋਂ ਵੀ ਚੰਗਾ ਲੱਗੇਗਾ। ਦੀਨ ਲੋਕ ਇਹ ਦੇਖ ਕੇ ਖੁਸ਼ ਹੋਣਗੇ ਤੇ ਪਰਮੇਸ਼ਵਰ ਦੇ ਖੋਜੀ ਇਸ ਦੁਆਰਾ ਉਤਸ਼ਾਹ ਪ੍ਰਾਪਤ ਕਰਨਗੇ। ਪ੍ਰਭੂ ਲੋੜਵੰਦਾਂ ਦੀ ਸੁਣਦਾ ਹੈ ਤੇ ਉਹ ਆਪਣੇ ਕੈਦੀਆਂ ਨੂੰ ਘਿਰਣਾ ਨਹੀਂ ਕਰਦਾ। ਆਕਾਸ਼ ਅਤੇ ਧਰਤੀ ਅਤੇ ਸਮੁੰਦਰ ਆਪਣੇ ਅੰਦਰਲੇ ਸਭ ਪ੍ਰਾਣੀਆਂ ਸਮੇਤ ਪਰਮੇਸ਼ਵਰ ਦੀ ਮਹਿਮਾ ਕਰਨ। ਪਰਮੇਸ਼ਵਰ ਸਿਓਨ ਦਾ ਬਚਾਅ ਕਰੇਗਾ। ਉਹ ਯਹੂਦਾ ਦੇ ਇਲਾਕੇ ਦੇ ਸ਼ਹਿਰਾਂ ਨੂੰ ਦੁਬਾਰਾ ਵਸਾਵੇਗਾ। ਉਹ ਉੱਥੇ ਰਹਿਣਗੇ ਅਤੇ ਉਸਨੂੰ ਆਪਣਾ ਅਧਿਕਾਰ ਵਿੱਚ ਕਰ ਲੈਣਗੇ। ਪਰਮੇਸ਼ਵਰ ਦੇ ਸੇਵਕਾਂ ਦੀ ਸੰਤਾਨ ਉਸਦੀ ਵਾਰਸ ਬਣੇਗੀ ਅਤੇ ਉਸਦੇ ਪਿਆਰ ਕਰਨ ਵਾਲੇ ਉੱਥੇ ਰਹਿਣਗੇ। ਆਮੀਨ। ਕੁਛ ਨਹੀਂ ਇਸ ਨੂੰ ਫੋਲਣ ਦੀ ਜ਼ਰੂਰਤ, ਕਿਉਂਕਿ ਆਪਾਂ ਬਿਲਕੁਲ ਸਹੀ ਜਗ੍ਹਾ ਤੇ ਹਾਂ। ਔਰ ਅਗਰ ਇਸ ਜ਼ਬੂਰ ਦੇ ਵਿੱਚ ਦੇਖੋ ਤੇ ਕਿੰਨੀ ਵਾਰ ਇਹਨਾਂ ਜ਼ਬੂਰਾਂ ਵਿੱਚ ਪਰਮੇਸ਼ਵਰ ਦੀ ਆਵਾਜ਼ ਆਈ, ਕਿੰਨੀ ਵਾਰ ਮਸੀਹ ਦੀ ਮੁਕਤੀ ਦੇ ਬਾਰੇ ਦੱਸਿਆ ਗਿਆ। ਸੀ ਤਾਂ ਮੁਕਤੀ ਜਿਹੜੀ ਹੈਗੀ ਆ, ਇਸ ਨੂੰ ਅਸੀਂ ਬਹੁਤ ਲੈ ਲੈਂਦੇ ਹੈਗੇ ਆ ਕਿ ਜਿੱਦਾਂ ਕਿਤੇ ਨਾ ਇਹ ਕੁਛ ਵੀ ਨਹੀਂ ਹੈ। 80% ਮੁਕਤੀ ਆ, ਬਾਕੀ ਜਿਹੜਾ ਸਾਰਾ ਕੁਛ ਆ ਉਹ ਉੱਪਰਲਾ ਆ। ਔਰ ਸਭ ਕੁਛ ਮੁਕਤੀ ਦੇ ਵਿੱਚੋਂ ਪੈਦਾ ਹੁੰਦਾ ਅਗਰ ਇਸ ਦੇ ਵਿੱਚ ਅਸੀਂ ਇਹਨਾਂ ਜ਼ਬੂਰਾਂ ਦੇ ਵਿੱਚ ਅਗਰ ਅਸੀਂ ਦੇਖੀਏ। ਸੋ ਆਓ ਹੁਣ ਅਸੀਂ ਦੂਸਰਾ ਸੈਮੂਅਲ ਉਸਦਾ 17ਵਾਂ ਭਾਵ 1 ਤੋਂ 24 ਆਇਤ। ਇਸ ਤੋਂ ਪਹਿਲਾਂ ਅਸੀਂ ਹੁਣ ਉੱਥੇ ਜਾਈਏ, ਅਸੀਂ ਥੋੜੇ ਜਿਹੇ ਜ਼ਬੂਰ ਜਿੱਦਾਂ ਆਪਾਂ ਲਿਖੇ ਸੀ ਉਦਾਂ ਲਿਖਾਂਗੇ। ਸੋ ਇਹ 3 ਜ਼ਬੂਰ ਤੁਸੀਂ ਜਿਹੜੇ ਹੁਣ ਅਸੀਂ ਪੜ੍ਹ ਕੇ ਹਟੇ ਹਾਂ 70, 27 ਤੇ 69, ਇਸ ਨੂੰ ਤੁਸੀਂ 16ਵੇਂ ਚੈਪਟਰ ਤੋਂ ਬਾਅਦ ਲਿਖ ਲਓ। ਸੋ ਹੁਣ ਮੈਂ 17ਵੇਂ ਚੈਪਟਰ ਦੇ ਵਿੱਚ ਮੈਂ ਜਿਹੜੇ ਜ਼ਬੂਰ ਆ ਉਹ ਆਪਾਂ ਲਿਖਾਂਗੇ। 17ਵਾਂ ਭਾਵ
ਸੋ 14 ਆਇਤ ਤੋਂ ਬਾਅਦ ਜ਼ਬੂਰ 28, 143 ਤੇ 40। 23 ਆਇਤ ਤੋਂ ਬਾਅਦ ਜ਼ਬੂਰ 4 ਤੇ 18। ਔਰ ਚੈਪਟਰ ਦੇ ਐਂਡ ਦੇ ਵਿੱਚ ਜ਼ਬੂਰ 42, 43, 55 ਤੇ 71। ਠੀਕ। ਸੋ ਆਓ ਇੱਕ ਤੋਂ ਲੈ ਕੇ ਇੱਕ ਵਾਰੀ ਫੇਰ ਦੱਸੋਗੇ, ਮੈਂ ਸਟਾਰਟ ਕੀਤੀ। ਹਾਂਜੀ। ਸੋ 14 ਆਇਤ ਤੋਂ ਬਾਅਦ ਜਿੱਥੇ ਦਾਊਦ ਦਾ ਬਚਨ ਨਿਕਲਣਾ ਲਿਖਿਆ ਹੈ ਨਾ, ਉੱਥੇ 28, 143 ਤੇ 40। ਜਿੱਥੇ ਅਸੀਂ 23 ਜ਼ਬੂਰ 23 ਤੇ 24 ਦੇ ਗੱਬੇ ਜਿਹੜੀ ਜਗ੍ਹਾ ਆ, ਉੱਥੇ ਲਿਖ ਲਓ ਜ਼ਬੂਰ 4 ਤੇ 18। ਔਰ ਇਸ ਚੈਪਟਰ ਦੇ ਅੰਤ ਦੇ ਵਿੱਚ ਜਿਹੜਾ ਹੈਗਾ ਉਹ ਹੈ ਜ਼ਬੂਰ 42, 43, 55 ਤੇ 71। ਹਾਂਜੀ ਠੀਕ ਹੈ ਜੀ, ਥੈਂਕ ਯੂ ਵੈਰੀ ਮਚ। ਹਾਂ, ਸੋ ਥੋੜਾ ਜਿਹਾ ਮੈਂ ਗਾਂ ਵੀ ਲਿਖਾ ਦਿੰਦਾ, 18ਵੇਂ ਚ ਵੀ ਲਿਖਾ ਦਿੰਦਾ। 18ਵੇਂ ਦੇ ਵਿੱਚ ਹਾਲੇ ਮੈਂ ਉਹਦੀ ਸਟੱਡੀ ਨਹੀਂ ਕੀਤੀ ਹੈਗੀ। 18ਵੇਂ ਦੇ ਵਿੱਚ 2 ਆਇਤਾਂ ਤੋਂ ਬਾਅਦ ਜ਼ਬੂਰ 120 ਤੇ 121 ਇਹ ਲਿਖ। ਠੀਕ। ਸੋ ਆਓ ਅਸੀਂ ਪਹਿਲਾਂ ਸਾਡੇ ਕੋਲ ਟਾਈਮ ਕਿੰਨਾ ਬਤਾ 6:42 ਹੋ ਗਏ। ਸੋ ਆਓ ਅਸੀਂ ਪਹਿਲਾਂ 24 ਆਇਤਾਂ ਪੜ੍ਹੀਏ ਇਸ ਦੀ। ਹੁਸ਼ੈ ਦੀ ਅਬਸ਼ਾਲੋਮ ਨੂੰ ਸਲਾਹ। ਅਹੀਥੋਫਲ ਨੇ ਅਬਸ਼ਾਲੋਮ ਨੂੰ ਕਿਹਾ, ਮੈਨੂੰ ਆਗਿਆ ਦੇਵੋ ਕਿ ਮੈਂ 12,000 ਆਦਮੀ ਚੁਣ ਕੇ ਦਾਊਦ ਦਾ ਪਿੱਛਾ ਕਰਾਂ। ਮੈਂ ਉਸ ਉੱਤੇ ਉਸ ਵੇਲੇ ਹੱਲਾ ਬੋਲਾਂਗਾ ਜਦੋਂ ਉਹ ਥੱਕ ਟੁੱਟ ਕੇ ਲੇਟਿਆ ਹੋਵੇ। ਉਹ ਆਪ ਡਰ ਜਾਵੇਗਾ ਅਤੇ ਉਸਦੇ ਆਦਮੀ ਨੱਠ ਜਾਣਗੇ। ਤਦ ਮੈਂ ਕੇਵਲ ਦਾਊਦ ਰਾਜਾ ਨੂੰ ਹੀ ਕਤਲ ਕਰਾਂਗਾ। ਫਿਰ ਮੈਂ ਸਭ ਆਦਮੀਆਂ ਨੂੰ ਤੇਰੇ ਕੋਲ ਇਸ ਤਰ੍ਹਾਂ ਲੈ ਆਵਾਂਗਾ ਜਿਸ ਤਰ੍ਹਾਂ ਕਿ ਲਾੜੇ ਕੋਲ ਉਸਦੀ ਵਹੁਟੀ ਆਉਂਦੀ ਹੈ। ਤੂੰ ਤਾਂ ਕੇਵਲ ਇੱਕ ਹੀ ਆਦਮੀ ਨੂੰ ਮਾਰਨਾ ਚਾਹੁੰਦਾ ਹੈ, ਸੋ ਇਸ ਤਰ੍ਹਾਂ ਬਾਕੀ ਦੇ ਸਭ ਲੋਕ ਤੇਰੇ ਕੋਲ ਸਹੀ ਸਲਾਮਤ ਪਹੁੰਚ ਜਾਣਗੇ। ਅਬਸ਼ਾਲੋਮ ਅਤੇ ਬਾਕੀ ਦੇ ਇਸਰਾਏਲੀਆਂ ਨੂੰ ਇਹ ਸਲਾਹ ਚੰਗੀ ਲੱਗੀ। ਪਰ ਉਸ ਵੇਲੇ ਅਬਸ਼ਾਲੋਮ ਨੇ ਕਿਹਾ, ਹੁਸ਼ੈ ਨੂੰ ਵੀ ਸੱਦੋ ਕਿ ਅਸੀਂ ਉਸ ਦੀ ਸਲਾਹ ਵੀ ਸੁਣੀਏ। ਜਦੋਂ ਹੁਸ਼ੈ ਉਸ ਕੋਲ ਆ ਗਿਆ ਤਾਂ ਅਬਸ਼ਾਲੋਮ ਨੇ ਕਿਹਾ, ਇਹ ਸਲਾਹ ਅਹੀਥੋਫਲ ਨੇ ਸਾਨੂੰ ਦਿੱਤੀ ਹੈ। ਜੇਕਰ ਤੂੰ ਸਮਝਦਾ ਹੈ ਤਾਂ ਇਹ ਠੀਕ, ਨਹੀਂ ਤਾਂ ਦੱਸ ਕੇ ਅਸੀਂ ਕੀ ਕਰੀਏ। ਹੁਸ਼ੈ ਨੇ ਅਬਸ਼ਾਲੋਮ ਨੂੰ ਉੱਤਰ ਦਿੱਤਾ, ਅਹੀਥੋਫਲ ਨੇ ਜੋ ਸਲਾਹ ਇਸ ਵਾਰ ਦਿੱਤੀ ਹੈ ਉਹ ਠੀਕ ਨਹੀਂ ਹੈ। ਤੁਸੀਂ ਜਾਣਦੇ ਹੋ ਕਿ ਤੁਹਾਡੇ ਪਿਤਾ ਅਤੇ ਉਸਦੇ ਆਦਮੀ ਬਹਾਦਰ ਲੜਾਕੂ ਹਨ। ਉਹਨਾਂ ਦੀ ਹਾਲਤ ਇਸ ਵੇਲੇ ਉਸ ਰਿਛਣੀ ਵਾਂਗ ਹੈ ਜਿਸ ਦੇ ਬੱਚੇ ਜੰਗਲ ਵਿੱਚ ਖੋ ਗਏ ਹੋਣ ਅਤੇ ਉਹ ਕ੍ਰੋਧ ਕਾਰਨ ਪਾਗਲ ਹੋਈ ਚਾਰੇ ਪਾਸੇ ਦੌੜ ਰਹੀ ਹੋਵੇ। ਤੁਹਾਡਾ ਪਿਤਾ ਇੱਕ ਹੰਢਿਆ ਹੋਇਆ ਯੋਧਾ ਹੈ, ਇਸ ਲਈ ਉਹ ਰਾਤ ਵੇਲੇ ਆਪਣੇ ਲੋਕਾਂ ਨਾਲ ਨਹੀਂ ਸੌਵੇਗਾ। ਹੋ ਸਕਦਾ ਹੈ ਕਿ ਉਹ ਇਸ ਵੇਲੇ ਵੀ ਕਿਸੇ ਖੋਹ ਜਾਂ ਗੁਫਾ ਵਿੱਚ ਲੁਕਿਆ ਹੋਵੇ। ਇਸ ਹਾਲਤ ਵਿੱਚ ਜੇਕਰ ਉਹ ਤੇਰੇ ਆਦਮੀਆਂ ਉੱਤੇ ਹੱਲਾ ਕਰੇਗਾ ਤਾਂ ਸੁਣਨ ਵਾਲੇ ਇਹੀ ਸਮਝਣਗੇ ਕਿ ਤੇਰੇ ਆਦਮੀ ਹਾਰ ਗਏ ਹਨ। ਇਹ ਖਬਰ ਸੁਣ ਕੇ ਬਹਾਦਰ ਤੋਂ ਬਹਾਦਰ, ਇੱਥੋਂ ਤੱਕ ਕਿ ਸ਼ੇਰ ਦਾ ਦਿਲ ਰੱਖਣ ਵਾਲਾ ਆਦਮੀ ਵੀ ਡਰ ਜਾਵੇਗਾ, ਕਿਉਂਕਿ ਸਭ ਇਸਰਾਏਲੀ ਜਾਣਦੇ ਹਨ ਕਿ ਤੁਹਾਡਾ ਪਿਤਾ ਇੱਕ ਵੱਡਾ ਯੋਧਾ ਹੈ ਅਤੇ ਉਸਦੇ ਨਾਲ ਹੀ ਆਦਮੀ ਬਹਾਦਰ ਲੜਾਕੂ ਹਨ। ਇਸ ਹਾਲਤ ਵਿੱਚ ਮੇਰੀ ਸਲਾਹ ਹੈ ਕਿ ਤੁਸੀਂ ਸਾਰੇ ਇਸਰਾਏਲੀਆਂ ਨੂੰ ਅਰਥਾਤ ਦਾਨ ਤੋਂ ਲੈ ਕੇ ਬੇਰਸ਼ੇਬਾ ਤੱਕ ਆਪਣੇ ਕੋਲ ਇਕੱਠੀਆਂ ਕਰੋ ਅਤੇ ਫਿਰ ਤੁਸੀਂ ਆਪ ਵਿਅਕਤੀਗਤ ਤੌਰ ਤੇ ਲੜਨ ਲਈ ਨਿਕਲੋ। ਤਦ ਅਸੀਂ ਅਚਾਨਕ ਜਿੱਥੇ ਕਿਤੇ ਵੀ ਦਾਊਦ ਲੁਕਿਆ ਹੋਵੇਗਾ ਉਸ ਉੱਤੇ ਅਤੇ ਉਸਦੇ ਆਦਮੀਆਂ ਉੱਤੇ ਹੱਲਾ ਬੋਲ ਦੇਵਾਂਗੇ। ਇਸ ਤਰ੍ਹਾਂ ਉਹ ਸਭ ਬਿਨਾਂ ਜਾਣਿਆ ਹੀ ਕਿ ਕੀ ਹੋਇਆ ਹੈ ਮਾਰੇ ਜਾਣਗੇ। ਜੇਕਰ ਉਹ ਕਿਸੇ ਸ਼ਹਿਰ ਵਿੱਚ ਜਾ ਕੇ ਲੁਕੇਗਾ ਤਾਂ ਸਾਡੇ ਆਦਮੀ ਉਸ ਪੂਰੇ ਸ਼ਹਿਰ ਨੂੰ ਉਸ ਦੀ ਮਿੱਟੀ ਤੇ ਪੱਥਰਾਂ ਸਮੇਤ ਦਰਿਆ ਦੇ ਪਾਣੀ ਵਿੱਚ ਮਿਲਾ ਦੇਣਗੇ। ਅਬਸ਼ਾਲੋਮ ਅਤੇ ਸਭ ਇਸਰਾਏਲੀਆਂ ਨੇ ਕਿਹਾ, ਹੁਸ਼ੈ ਅਰਕੀ ਦੀ ਸਲਾਹ ਅਹੀਥੋਫਲ ਦੀ ਸਲਾਹ ਨਾਲੋਂ ਚੰਗੀ ਹੈ। ਇਸ ਤਰ੍ਹਾਂ ਪ੍ਰਭੂ ਨੇ ਅਹੀਥੋਫਲ ਦੀ ਚੰਗੀ ਸਲਾਹ ਉਲਟੀ ਸਿੱਧ ਕਰ ਦਿੱਤੀ ਅਤੇ ਅਬਸ਼ਾਲੋਮ ਦਾ ਨਾਸ਼ ਹੋ ਜਾਵੇ। ਸੋ ਆਓ ਅਸੀਂ ਹੁਣ 3 ਜ਼ਬੂਰ ਦੇਖੀਏ। ਇਸ ਵੈਰੀ ਸੈਲਫ, ਜਿੱਦਾਂ ਕਿ ਤੁਸੀਂ ਇਸ ਨੂੰ ਇਹਦੇ ਵਿੱਚ ਬਹੁਤਾ ਡੀਪਲੀ ਦੇਖਣ ਦੀ ਲੋੜ ਨਹੀਂ ਹੈਗੀ। ਇੱਕ ਤਰ੍ਹਾਂ ਦੀ ਜੀਵਨ ਦੀ ਕਹਾਣੀ ਚੱਲਦੀ ਪਈ ਹੈ। ਸੋ ਇਸ ਬਿਊਟੀਫੁਲ। ਜੋ ਦਾਊਦ ਨੇ ਉਹਨੂੰ ਕਿਹਾ ਸੀਗਾ ਕਿ ਤੂੰ ਜਦੋਂ ਵੀ ਉਹਦਾ ਜਿਹੜਾ ਮੰਤਰੀ ਆ ਸਲਾਹ ਦੇ ਤਾਂ ਤੂੰ ਉਸ ਤੇ ਉਲਟ ਸਲਾਹ ਉਸਨੂੰ ਦੇਣੀ ਹੈ। ਸੋ ਹੁਸ਼ੈ ਉਹੀ ਕਰਦਾ ਪਿਆ। ਜਿੱਦਾਂ ਅਸੀਂ ਪਹਿਲਾਂ ਦੇਖਿਆ ਸੀ ਕਿ ਪ੍ਰਭੂ ਨੇ ਦਾਊਦ ਦੀ ਬੁੱਧ ਖੋਲ ਦਿੱਤੀ
ਉਸਨੇ ਜਿਹੜੀ ਆਰਕ ਸੀਗੀ, ਜਿਹੜਾ ਸੰਦੂਕ ਸੀ, ਉਹ ਵੀ ਵਾਪਸ ਕਰ ਦਿੱਤਾ। ਔਰ ਬਹੁਤ ਸਾਰੇ ਬੰਦੇ ਜਿਹੜੇ ਉਸਨੂੰ ਪਿਆਰ ਕਰਦੇ ਸੀ, ਉਹਦੇ ਪਿੱਛੇ ਆਏ, ਉਹਨਾਂ ਨੂੰ ਵੀ ਉਸਨੇ ਵਾਪਸ ਕਰ ਦਿੱਤਾ। ਔਰ ਪ੍ਰਭੂ ਨੇ ਉਹਨਾਂ ਨੂੰ ਜਗ੍ਹਾ ਜਗ੍ਹਾ ਦੇ ਉੱਤੇ ਲਾ ਦਿੱਤਾ। ਔਰ ਇਸ ਵੇਲੇ ਜਿਹੜੀ ਵੀ ਸਲਾਹ ਹੁੰਦੀ ਆ, ਉਹ ਸਲਾਹ ਉਹ ਦੇ ਰਿਹਾ ਬੰਦਾ, ਉਹਦੀ ਸਲਾਹ ਗੁੱਡ ਆ। 14,000 ਬੰਦੇ ਨੇ ਚੜਾਈ ਕਰਨੀ, ਉਹਦੀ ਸਲਾਹ ਗੁੱਡ ਆ। ਲੇਕਿਨ ਜਿਸ ਲਈ ਹੋਸ਼ਿਆਈ ਨੇ ਉਸਨੂੰ ਸਲਾਹ ਦਿੱਤੀ, ਔਰ ਬਿਲਕੁਲ ਸਹੀ ਸਲਾਹ ਦਿੱਤੀ। ਐਸੀ ਗੱਲ ਨਹੀਂ ਹੈਗੀ ਕਿ ਉਸਨੇ ਕੋਈ ਏਦਾਂ ਦੀ ਚੀਜ਼ ਕਹੀ ਜਿਹੜੀ ਆਊਟ ਆਫ ਕੰਟੈਕਸਟ ਹੋਵੇ। ਉਸਨੇ ਕਿਹਾ ਕਿ ਦੇਖ ਭਾਈ, ਇਸ ਵੇਲੇ ਉਹ ਜ਼ਖਮੀ ਆ, ਔਰ ਜ਼ਖਮੀਆਂ ਦੇ ਜੇ ਅਸੀਂ ਹਾਰ ਗਏ ਤੇ ਕਹਾਣੀ ਖਤਮ। ਔਰ ਦਾਊਦ ਪਹਿਲਾਂ 7 ਸਾਲ ਰਾਜੇ ਤੋਂ ਲੁਕ ਚੁੱਕਾ ਆ, ਉਹਨੂੰ ਲੁਕਣਾ ਆਉਂਦਾ ਆ। ਉਹ ਬਹਾਦਰ ਆ, ਉਹਨੇ ਦੈਂਤ ਮਾਰੇ। ਉਹਦੇ ਨਾਲ ਉਹਦੇ ਜਨਰਲ ਹਾਲੇ ਵੀ ਆ, ਯੋਆਬ ਉਹਦੇ ਨਾਲ, ਅਬਸ਼ਾਈ ਉਹਦੇ ਨਾਲ। ਸੋ ਉਹ ਮਹਾਨ ਯੋਧੇ, ਉਹਨਾਂ ਨੇ ਉਹ ਜੰਗਾਂ ਦੇ ਵਿੱਚ ਪੱਕੇ ਆ, ਉਹ ਪੱਕ ਚੁੱਕੇ ਆ। ਸਾਡੇ ਕੋਲ ਸੈਨਾ ਨਹੀਂ, ਸਾਡੇ ਕੋਲ ਲੋਕ ਆ, ਉਹ ਸੈਨਾ ਹੈ। ਸੋ ਇਹ ਕੰਮ ਨਾ ਕਰੀ। ਸੋ ਕੀ ਹੋਇਆ, ਕੀ ਅਸੀਂ ਇੱਥੇ ਦੇਖਦੇ ਪਏ ਹਾਂ ਕਿ ਉਸਨੇ ਕਿਹਾ ਕਿ ਠੀਕ ਆ, ਜੇ ਮੈਂ ਹੁਣ ਸੈਨਾ ਨੂੰ ਲੀਡ ਕਰੂੰਗਾ ਤੇ ਜਿਹੜਾ ਮੇਰੇ ਨਾਲ ਜਾਣਗੇ, ਤਾਂ ਇਹਦੀ ਸਲਾਹ ਬਿਲਕੁਲ ਚੰਗੀ ਆ। ਉਸ ਚੀਜ਼ ਨੂੰ ਉਲਟਾਤਾ। ਦੇਖੋ ਪ੍ਰਭੂ ਕਿਸ ਤਰ੍ਹਾਂ ਦਾਊਦ ਦੇ ਉੱਤੇ ਦਇਆ ਕਰਦਾ ਪਿਆ। ਮੈਂ ਪੜ੍ਹਦਾ ਬਸ 28। ਸੋ ਜ਼ਬੂਰ 28, 143 ਤੇ 40 ਕੱਢ ਲਓ। ਤੇ ਹਾਂਜੀ, ਮਦਦ ਦੇ ਲਈ ਪ੍ਰਾਰਥਨਾ। ਹੇ ਪ੍ਰਭੂ, ਮੈਂ ਤੈਨੂੰ ਪੁਕਾਰਦਾ ਹਾਂ। ਹੇ ਮੇਰੀ ਚਟਾਨ, ਤੂੰ ਮੇਰੀ ਪੁਕਾਰ ਸੁਣ। ਤੇਰੇ ਚੁੱਪ ਰਹਿਣ ਤੇ ਮੈਂ ਮਰਿਆਂ ਬਰਾਬਰ ਹੋ ਜਾਵਾਂਗਾ। ਜਦੋਂ ਮੈਂ ਆਪਣੇ ਹੱਥ ਤੇਰੇ ਪਰਮ ਪਵਿੱਤਰ ਥਾਂ ਵੱਲ ਉਤਾਂ ਚੁੱਕਾਂ, ਜਦੋਂ ਮੈਂ ਮਦਦ ਲਈ ਤੈਨੂੰ ਪੁਕਾਰਾਂ, ਤਾਂ ਤੂੰ ਮੇਰੀ ਬੇਨਤੀ ਸੁਣਨਾ। ਤੂੰ ਮੇਰੀ ਗਿਣਤੀ ਦੁਸ਼ਟਾਂ ਦੇ ਨਾਲ ਨਾ ਕਰਨਾ, ਅਰਥਾਤ ਬੁਰੇ ਕੰਮ ਕਰਨ ਵਾਲਿਆਂ ਦੇ ਨਾਲ, ਜੋ ਆਪਣੇ ਗੁਆਂਢੀਆਂ ਨਾਲ ਕਰਦੇ ਤਾਂ ਸ਼ਾਂਤੀ ਦੀਆਂ ਗੱਲਾਂ ਨੇ, ਪਰ ਉਹਨਾਂ ਦੇ ਦਿਲਾਂ ਦੇ ਵਿੱਚ ਬੁਰਾਈ ਹੈ। ਤੂੰ ਉਹਨਾਂ ਨੂੰ ਉਹਨਾਂ ਦੇ ਕੰਮਾਂ ਅਨੁਸਾਰ, ਉਹਨਾਂ ਦੀ ਕੀਤੀ ਬੁਰਾਈ ਦੇ ਅਨੁਸਾਰ ਉਹਨਾਂ ਨੂੰ ਬਦਲਾ ਦੇ। ਉਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਦੇ, ਉਹਨਾਂ ਦੇ ਕੰਮਾਂ ਦਾ ਫਲ ਉਹਨਾਂ ਨੂੰ ਦੇ। ਉਹ ਪ੍ਰਭੂ ਦੇ ਕੀਤੇ ਕੰਮਾਂ ਤੇ ਧਿਆਨ ਨਹੀਂ ਕਰਦੇ, ਨਾ ਹੀ ਉਸਦੇ ਹੱਥਾਂ ਦੀ ਕਾਰੀਗਰੀ ਤੇ। ਉਹ ਉਹਨਾਂ ਨੂੰ ਢਾਹ ਦੇਵੇਗਾ ਤੇ ਫਿਰ ਕਦੀ ਉਹਨਾਂ ਨੂੰ ਨਹੀਂ ਬਣਾਵੇਗਾ। ਪ੍ਰਭੂ ਧੰਨ ਹੈ, ਪ੍ਰਭੂ ਨੂੰ ਧੰਨ ਧੰਨ ਕਹਿ। ਉਸਨੇ ਮੇਰੀਆਂ ਬੇਨਤੀਆਂ ਸੁਣੀਆਂ ਹਨ। ਉਹ ਮੇਰਾ ਬਲ ਹੈ, ਉਹ ਮੇਰੀ ਰੱਖਿਆ ਕਰਦਾ ਹੈ, ਉਹ ਮੇਰੀ ਮਦਦ ਕਰਦਾ ਹੈ। ਉਹ ਮੈਨੂੰ ਖੁਸ਼ੀ ਦਿੰਦਾ ਹੈ। ਸੋ ਉਸ ਦੀ ਵਡਿਆਈ ਗੀਤਾਂ ਨਾਲ, ਮੈਂ ਉਸ ਦੀ ਵਡਿਆਈ ਗੀਤਾਂ ਨਾਲ ਕਰਦਾ ਹਾਂ। ਪ੍ਰਭੂ ਆਪਣੇ ਲੋਕਾਂ ਦੀ ਮੁਕਤੀ ਹੈ, ਉਹ ਆਪਣੇ ਚੁਣੇ ਜਾਣ ਦਾ ਸੁਰੱਖਿਅਤ ਕਿਲਾ ਹੈ। ਹੇ ਪ੍ਰਭੂ, ਤੂੰ ਆਪਣੇ ਲੋਕਾਂ ਦਾ ਬਚਾਅ ਕਰ, ਆਪਣੇ ਵਿਰਸੇ ਨੂੰ ਸੀਸ ਦੇ। ਤੂੰ ਉਹਨਾਂ ਦਾ ਚਰਵਾਹਾ ਬਣ ਤੇ ਉਹਨਾਂ ਨੂੰ ਅਨੰਤ ਕਾਲ ਤੱਕ ਸੰਭਾਲ। ਆਮੀਨ। ਮਸੀਹ ਦੀ ਮਹਿਕ ਫੇਰ ਵਾਪਸ ਆ ਗਈ। ਚੰਗਾ ਚਰਵਾਹਾ ਮੈਂ, ਸਾਡੇ ਪ੍ਰਭੂ ਨੇ ਕਿਹਾ ਸੀ, ਚੰਗਾ ਚਰਵਾਹਾ ਮੈਂ ਆਪਣੀਆਂ ਭੇਡਾਂ ਦੇ ਲਈ ਜਾਨ ਦਿੰਦਾ। ਦੇਖੋ ਕਿੰਨੇ ਬਰਕਤ ਵਾਲੇ ਜ਼ਬੂਰ ਆ। ਦਾਊਦ ਦੇ ਉੱਤੇ ਬੜੀ ਵੱਡੀ ਇਸ ਵੇਲੇ ਮੁਸੀਬਤ ਆ, ਉਸਨੇ ਉਹ ਮੁਸੀਬਤ ਪ੍ਰਭੂ ਦੇ ਹੱਥਾਂ 'ਚ ਦੇ ਦਿੱਤੀ। ਜਿਹੜੇ ਪਹਿਲੇ ਅਸੀਂ 3 ਜ਼ਬੂਰ ਪੜ੍ਹੇ ਸੀਗੇ, ਉਹ ਦੁੱਖ ਦੇ ਜ਼ਬੂਰ ਸੀਗੇ। ਉਸਨੇ ਆਪਣਾ ਦੁੱਖ ਪ੍ਰਭੂ ਦੇ ਅੱਗੇ ਡੋਲ ਦਿੱਤਾ। ਪਰ ਦੇਖੋ ਇਸ ਵੇਲੇ ਉਹ ਕਿੱਦਾਂ ਉਹ ਸਕੀਮਾਂ ਘੜਦੇ ਪਏ, ਉਹ ਕਿਸ ਤਰ੍ਹਾਂ ਆਨੰਦਿਤ, ਉਹ ਕਿਸ ਤਰ੍ਹਾਂ ਆਨੰਦਿਤ। ਸੋ ਆਓ ਹੁਣ ਅਸੀਂ ਦੇਖਾਂਗੇ 143 ਤੇ ਕੋਈ ਜਣਾ 40 ਕੱਢ ਲੈ। ਹਾਂਜੀ, ਮੈਂ ਪੜ੍ਹਦੇ ਪਾਸੇ ਮਦਦ ਲਈ ਪ੍ਰਾਰਥਨਾ। हे ਪ੍ਰਭੂ, ਮੇਰੀ ਪ੍ਰਾਰਥਨਾ ਸੁਣ। ਤੂੰ ਮੇਰੀ ਬੇਨਤੀ ਤੇ ਆਪਣਾ ਕੰਨ ਲਾ। ਤੂੰ ਸੱਚਾ ਅਤੇ ਭਲਾ ਹੈ, ਇਸ ਲਈ ਮੈਨੂੰ ਉੱਤਰ ਦੇ। ਤੂੰ ਆਪਣੇ ਇਸ ਦਾਸ ਦਾ ਨਿਆਂ ਨਾ ਕਰ, ਕਿਉਂਕਿ ਤੇਰੇ ਸਾਹਮਣੇ ਕੋਈ ਵੀ ਮਨੁੱਖ ਭਲਾ ਨਹੀਂ। ਵੈਰੀ ਨੇ ਮੇਰਾ ਪਿੱਛਾ ਕੀਤਾ, ਉਸਨੇ ਮੈਨੂੰ ਮਿੱਟੀ ਵਿੱਚ ਮਿਲਾ ਦਿੱਤਾ। ਉਸਨੇ ਮੈਨੂੰ ਹਨੇਰੇ ਵਿੱਚ ਮੁੜਦੇ ਆਦਮੀ ਵਾਂਗ ਬਿਠਾਇਆ, ਇਸ ਲਈ ਮੇਰੀ ਜਾਨ ਬੇਹੋਸ਼ ਹੋ ਗਈ ਅਤੇ ਮੇਰਾ ਮਨ ਘਬਰਾ ਗਿਆ ਹੈ। ਮੈਂ ਪੁਰਾਣੇ ਦਿਨ ਯਾਦ ਕਰਦਾ ਹਾਂ, ਤੇਰੇ ਕੀਤੇ ਤੇ ਵਿਚਾਰ ਕਰਦਾ ਹਾਂ ਅਤੇ ਤੇਰੇ ਹੱਥਾਂ ਦੇ ਸਭ ਕੰਮਾਂ ਤੇ ਧਿਆਨ ਕਰਦਾ ਹਾਂ। ਮੈਂ ਤੇਰੇ ਅੱਗੇ ਪ੍ਰਾਰਥਨਾ ਕੀਤੀ, ਸੁੱਕੀ ਧਰਤੀ ਦੀ ਤਰ੍ਹਾਂ ਮੇਰਾ ਮਨ ਤੇਰਾ ਤਿਹਾਇਆ ਹੈ। हे ਪ੍ਰਭੂ, ਤੂੰ ਮੇਰੀ ਤੁਰੰਤ ਮਦਦ ਕਰ।
ਮੇਰੀ ਸਭ ਉਮੀਦ ਖਤਮ ਹੋ ਗਈ ਹੈ। ਤੂੰ ਮੇਰੇ ਤੋਂ ਆਪਣੇ ਆਪ ਨੂੰ ਨਾ ਲੁਕਾ ਕਿ ਕਿਤੇ ਮੈਂ ਕਬਰ ਵਿੱਚ ਜਾਣ ਵਾਲਿਆਂ ਦੇ ਵਾਂਗ ਹੋ ਜਾਵਾਂ। ਅੰਮ੍ਰਿਤ ਵੇਲੇ ਮੈਂ ਤੇਰੀ ਦਇਆ ਦੇ ਬਾਰੇ ਸੁਣਦਾ, ਮੈਂ ਤੇਰੇ ਤੇ ਭਰੋਸਾ ਕੀਤਾ ਹੈ। ਤੂੰ ਮੈਨੂੰ ਉਸ ਰਾਹ ਤੇ ਲੈ ਚੱਲ ਜਿਸ ਤੇ ਮੈਨੂੰ ਚੱਲਣਾ ਚਾਹੀਦਾ ਹੈ। ਮੈਂ ਆਪਣਾ ਦਿਲ ਤੇਰੇ ਅੱਗੇ ਖੋਲਦਾ ਹਾਂ। ਹੇ ਪ੍ਰਭੂ, ਮੈਂ ਤੇਰੀ ਸ਼ਰਨ ਲਈ ਹੈ। ਤੂੰ ਮੈਨੂੰ ਮੇਰੇ ਵੈਰੀਆਂ ਤੋਂ ਬਚਾ। ਤੂੰ ਹੀ ਮੇਰਾ ਪਰਮੇਸ਼ਰ ਹੈ। ਤੂੰ ਮੈਨੂੰ ਆਪਣੀ ਇੱਛਾ ਬਾਰੇ ਸਿਖਾ। ਤੇਰੀ ਆਤਮਾ ਮੈਨੂੰ ਸਿੱਧੇ ਰਾਹ ਤੇ ਚਲਾਵੇ। ਹੇ ਪ੍ਰਭੂ, ਆਪਣੇ ਨਾਂ ਦੀ ਖਾਤਰ ਮੇਰੀ ਜਾਨ ਦੀ ਰੱਖਿਆ ਕਰ। ਤੂੰ ਆਪਣੇ ਸੱਤ ਦੇ ਨਾਲ ਮੈਨੂੰ ਮੇਰੇ ਦੁੱਖ ਤੋਂ ਬਾਹਰ ਕੱਢ। ਆਪਣੀ ਦਇਆ ਦੇ ਨਾਲ ਮੇਰੇ ਸਭ ਵੈਰੀਆਂ ਨੂੰ ਖਤਮ ਕਰ ਦੇ। ਮੇਰੇ ਵਿਰੋਧੀਆਂ ਦਾ ਨਾਸ਼ ਕਰ ਦੇ, ਕਿਉਂਕਿ ਮੈਂ ਤੇਰਾ ਦਾਸ ਹਾਂ। ਆਮੀਨ। ਆਹ ਵਾਹ ਵਾਹ, ਕਿੰਨੀ ਪਿਆਰੀ ਦੁਆ ਹੈ, ਕਿੰਨੀ ਪਿਆਰੀ ਦੁਆ। ਔਰ ਖੋਲਣ ਦੀ ਲੋੜ ਨਹੀਂ, ਬਿਕੋਜ਼ ਅਸੀਂ ਬਿਲਕੁਲ ਸਹੀ ਜਗ੍ਹਾ ਤੇ ਹਾਂ। ਹੁਣ ਆਓ ਅਸੀਂ ਦੇਖੀਏ ਜ਼ਬੂਰ 40। ਮੈਂ ਪੜ੍ਹਦੇ ਬਸ ਵੀ। ਬਿਲਕੁਲ। ਮਹਿਮਾ ਦਾ ਗੀਤ। ਮੈਂ ਧੀਰਜ ਨਾਲ ਪ੍ਰਭੂ ਦੀ ਉਡੀਕ ਕੀਤੀ ਹੈ। ਉਸਨੇ ਕੰਨ ਲਾ ਕੇ ਮੇਰੀ ਪੁਕਾਰ ਸੁਣ ਲਈ ਹੈ। ਉਸਨੇ ਮੈਨੂੰ ਡੂੰਘੇ ਟੋਏ ਅਰਥਾਤ ਭਿਅੰਕਰ ਦਲਦਲ ਵਿੱਚੋਂ ਬਾਹਰ ਕੱਢ ਕੇ ਮੇਰੇ ਪੈਰ ਚਟਾਨ ਉੱਤੇ ਰੱਖੇ ਅਤੇ ਮੇਰਾ ਚੱਲਣਾ ਸਥਿਰ ਕੀਤਾ। ਉਸਨੇ ਮੇਰੇ ਮੂੰਹ ਵਿੱਚ ਇੱਕ ਨਵਾਂ ਗੀਤ ਪਾਇਆ, ਅਰਥਾਤ ਸਾਡੇ ਪਰਮੇਸ਼ਰ ਦੀ ਮਹਿਮਾ ਦਾ ਗੀਤ। ਬਹੁਤ ਸਾਰੇ ਇਹ ਦੇਖਣਗੇ ਤੇ ਡਰਨਗੇ ਅਤੇ ਪ੍ਰਭੂ ਉੱਤੇ ਭਰੋਸਾ ਕਰਨਗੇ। ਧੰਨ ਉਹ ਮਨੁੱਖ ਹੈ ਜੋ ਪ੍ਰਭੂ ਉੱਤੇ ਭਰੋਸਾ ਰੱਖਦਾ ਹੈ, ਜੋ ਹੰਕਾਰਿਆਂ ਦੇ ਪਿੱਛੇ ਨਹੀਂ ਜਾਂਦਾ ਅਤੇ ਜੋ ਝੂਠੇ ਦੇਵਤਿਆਂ ਦੀ ਪੂਜਾ ਨਹੀਂ ਕਰਦਾ। ਹੇ ਪ੍ਰਭੂ ਮੇਰੇ ਪਰਮੇਸ਼ਰ, ਤੇਰੇ ਸਾਡੇ ਲਈ ਕੀਤੇ ਅਦਭੁਤ ਕੰਮਾਂ ਅਤੇ ਵਿਚਾਰਾਂ ਦੀ ਗਿਣਤੀ ਬੇਅੰਤ ਹੈ। ਜੇਕਰ ਮੈਂ ਉਹਨਾਂ ਸਭ ਬਾਰੇ ਦੱਸਣਾ ਚਾਹਾਂ ਤਾਂ ਉਹ ਗਿਣਤੀ ਵਿੱਚ ਇੰਨੇ ਹਨ ਕਿ ਮੈਂ ਉਹਨਾਂ ਬਾਰੇ ਨਹੀਂ ਦੱਸ ਸਕਦਾ। ਤੇਰਾ ਟਾਕਰਾ ਕੋਈ ਵੀ ਨਹੀਂ ਕਰ ਸਕਦਾ। ਤੂੰ ਕੁਰਬਾਨੀ ਅਤੇ ਭੇਂਟ ਦਾ ਚਾਹਵਾਨ ਨਹੀਂ, ਇੱਥੋਂ ਤੱਕ ਕਿ ਹੋਮ ਬਲੀ ਤੇ ਪਾਪ ਬਲੀ ਨਹੀਂ ਮੰਗਦਾ। ਸਗੋਂ ਤੂੰ ਮੇਰੇ ਕੰਨ ਖੁੱਲੇ ਹਨ। ਤਦ ਮੈਂ ਕਿਹਾ, ਦੇਖ ਮੈਂ ਆ ਗਿਆ ਹਾਂ। ਵਿਵਸਥਾ ਦੀ ਪੁਸਤਕ ਵਿੱਚ ਮੇਰੇ ਲਈ ਸਭ ਲਿਖਿਆ ਹੈ। ਹੇ ਮੇਰੇ ਪਰਮੇਸ਼ਰ, ਤੇਰੀ ਇੱਛਾ ਪੂਰੀ ਕਰਕੇ ਮੈਂ ਆਨੰਦਿਤ ਹੁੰਦਾ ਹਾਂ। ਤੇਰੀ ਵਿਵਸਥਾ ਦੀਆਂ ਗੱਲਾਂ ਮੇਰੇ ਦਿਲ ਵਿੱਚ ਹਨ। ਤੇਰੇ ਸ਼ੁਭ ਸਮਾਚਾਰ ਬਾਰੇ ਮੈਂ ਮਹਾਸੰਗਤ ਵਿੱਚ ਪ੍ਰਚਾਰ ਕੀਤਾ ਹੈ। ਦੇਖ, ਮੈਂ ਆਪਣਾ ਮੂੰਹ ਬੰਦ ਨਹੀਂ ਰੱਖਿਆ ਹੈ। ਹੇ ਪ੍ਰਭੂ, ਤੂੰ ਇਹ ਸਭ ਜਾਣਦਾ ਹੈ। ਮੈਂ ਤੇਰੀ ਮੁਕਤੀ ਦੇ ਸ਼ੁਭ ਸਮਾਚਾਰ ਨੂੰ ਆਪਣੇ ਮਨ ਵਿੱਚ ਲੁਕਾ ਨਹੀਂ ਰੱਖਿਆ, ਸਗੋਂ ਮੈਂ ਤੇਰੀ ਵਫਾਦਾਰੀ ਤੇ ਮੁਕਤੀ ਦੀ ਘੋਸ਼ਣਾ ਕੀਤੀ ਹੈ। ਮੈਂ ਤੇਰੀ ਦਇਆ ਅਤੇ ਸਚਾਈ ਨੂੰ ਮਹਾਸੰਗਤ ਦੇ ਲੋਕਾਂ ਕੋਲੋਂ ਨਹੀਂ ਛੁਪਾਇਆ ਹੈ। ਹੇ ਪ੍ਰਭੂ, ਤੂੰ ਆਪਣੀ ਦਇਆ ਦੀ ਨਜ਼ਰ ਮੇਰੇ ਤੇ ਹਮੇਸ਼ਾ ਰੱਖ। ਤੇਰੀ ਦਇਆ ਤੇ ਸੱਚ ਹਮੇਸ਼ਾ ਮੈਨੂੰ ਸੰਭਾਲਣ। ਮਦਦ ਲਈ ਪ੍ਰਾਰਥਨਾ। ਅਣਗਿਣਤ ਬੁਰਾਈਆਂ ਨੇ ਮੈਨੂੰ ਘੇਰ ਲਿਆ ਹੈ। ਮੇਰੇ ਕੁਕਰਮਾਂ ਨੇ ਮੈਨੂੰ ਇੱਥੋਂ ਤੱਕ ਦਬਾ ਦਿੱਤਾ ਹੈ ਕਿ ਮੈਂ ਉਤਾਂਹ ਨਜ਼ਰ ਵੀ ਨਹੀਂ ਚੁੱਕ ਸਕਦਾ। ਮੇਰੇ ਬੁਰੇ ਕੰਮ ਮੇਰੇ ਸਿਰ ਦੇ ਬਾਲਾਂ ਤੋਂ ਵੀ ਦਿੱਖ ਹਨ। ਮੈਂ ਪਾਗਲ ਹੋ ਉੱਠਿਆ ਹਾਂ। ਹੇ ਪ੍ਰਭੂ, ਆਪਣੀ ਕਿਰਪਾ ਨਾਲ ਤੂੰ ਮੈਨੂੰ ਬਚਾ। ਤੂੰ ਮੇਰੀ ਮਦਦ ਤੁਰੰਤ ਕਰ। ਜੋ ਲੋਕ ਮੇਰੀ ਜਾਨ ਲੈਣ ਦੇ ਪਿੱਛੇ ਪਏ ਹਨ, ਤੂੰ ਉਹਨਾਂ ਨੂੰ ਸ਼ਰਮਿੰਦਿਆਂ ਕਰ। ਤੂੰ ਉਹਨਾਂ ਦੀ ਮੱਤ ਮਾਰ ਦੇ। ਜੋ ਮੇਰਾ ਬੁਰਾ ਚਾਹੁੰਦੇ ਹਨ, ਤੂੰ ਉਹਨਾਂ ਨੂੰ ਹਾਰ ਦੇ ਤੇ ਅਪਮਾਨਿਤ ਕਰ। ਜੋ ਲੋਕ ਮੇਰੇ ਤੇ ਵਿਅੰਗ ਕੱਸਦੇ ਹਨ, ਉਹ ਆਪਣੀ ਸ਼ਰਮਿੰਦਗੀ ਕਾਰਨ ਖਤਮ ਹੋ ਜਾਣ। ਪਰ ਤੇਰੇ ਖੋਜੀ ਹਮੇਸ਼ਾ ਤੇਰੀ ਸੰਗਤ ਵਿੱਚ ਆਨੰਦਿਤ ਅਤੇ ਖੁਸ਼ ਹੋਣ। ਉਹ ਤੇਰੀ ਮੁਕਤੀ ਨੂੰ ਪਿਆਰ ਕਰਦੇ ਹਨ ਤੇ ਲਗਾਤਾਰ ਇਸ ਤਰ੍ਹਾਂ ਕਹਿੰਦੇ ਹਨ, ਪ੍ਰਭੂ ਮਹਾਨ ਹੈ। ਮੈਂ ਗਰੀਬ ਅਤੇ ਲੋੜਵੰਦ ਹਾਂ। ਤੂੰ ਹੇ ਪ੍ਰਭੂ ਮੇਰੀ ਚਿੰਤਾ ਕਰਦਾ ਹੈ। ਤੂੰ ਮੇਰਾ ਮਦਦਗਾਰ ਅਤੇ ਛੁਟਕਾਰਾ ਦੇਣ ਵਾਲਾ ਹੈ। ਹੇ ਪਰਮੇਸ਼ਰ, ਤੂੰ ਦੇਰ ਨਾ ਕਰ। ਆਮੀਨ। ਦੇਖੋ ਕਿੰਨੇ ਪਿਆਰੇ ਪਿਆਰੇ ਜ਼ਬੂਰ ਹੈ ਇਹ, ਔਰ ਕਿੱਦਾਂ ਹੁਣ ਇਹ ਸਮਝ ਆਉਂਦੇ ਪਏ ਆ। ਉਸਦਾ ਕਾਰਨ ਇਹ ਹੈ ਕਿ ਆਪਾਂ ਇਹਨਾਂ ਨੂੰ ਸਹੀ ਜਗ੍ਹਾ ਦੇ ਉੱਤੇ ਪੜ੍ਹਦੇ ਪਏ ਹਾਂ। ਦਾਊਦ, ਅਸੀਂ ਜੋ ਪਹਿਲੇ ਜ਼ਬੂਰ ਪੜ੍ਹੇ ਸੀ ਉਸ ਦੇ ਵਿੱਚ ਅਸੀਂ ਦਾਊਦ ਦੀ ਹਾਲਤ ਦੇਖੀ। ਆ ਜਿਹੜੇ ਜ਼ਬੂਰ ਦੇਖੇ ਆ ਇਹਦੇ ਵਿੱਚ ਅਸੀਂ ਦਾਊਦ ਦੀ ਹਾਲਤ ਦੇਖੀ ਹੈ। ਇਸਦਾ ਮਤਲਬ ਪਤਾ ਕੀ ਹੈ? ਦੁਆ ਕਰਨ ਤੋਂ ਬਾਅਦ ਉਸਨੇ ਬੈਠ ਕੇ ਪ੍ਰਭੂ ਨੂੰ ਸੁਣਿਆ। ਪ੍ਰਭੂ ਨੇ ਉਸਨੂੰ ਜਵਾਬ ਦਿੱਤਾ ਕਿ ਤੂੰ ਫਿਕਰ ਨਾ ਕਰ, ਸੈਨਾਵਾਂ ਦਾ ਪ੍ਰਭੂ ਤੇਰੇ ਨਾਲ। ਸੋ ਦਾਊਦ ਨੇ ਉਸ ਤੋਂ ਬਾਅਦ 3 ਜ਼ਬੂਰ ਜਿਹੜੇ ਆ ਖੁਸ਼ੀ ਦੇ ਜ਼ਬੂਰ ਆ। ਮੈਂ ਜਿੱਥੇ ਮਰਜੀ ਬੈਠਾ, ਜਿੱਦਾਂ ਦੀ ਮਰਜੀ ਹਾਲਤ ਵਿੱਚ ਬੈਠਾ, ਮੇਰਾ ਪ੍ਰਭੂ ਮੇਰੇ ਨਾਲ, ਮੇਰਾ ਪ੍ਰਭੂ ਮੇਰੇ ਨਾਲ। ਜਗਤਾਰ ਬਹੁਤ
ਤੁਸੀਂ ਸਹੀ ਸਮੇਂ ਤੇ ਬਾਈਬਲ ਸਟੱਡੀ ਇਹ ਜਿਹੜੀ ਪ੍ਰਭੂ ਨੇ ਸਾਨੂੰ ਦਿੱਤੀ ਆ ਉਹ ਜਾਣਦਾ, ਕਿਉਂਕਿ ਉਸਨੇ ਕਿਹਾ ਜਿੱਦਾਂ ਦੇ ਤੇਰੇ ਦਿਨ ਹੋਣਗੇ ਉਦਾਂ ਦੀ ਮੇਰੀ ਦਇਆ ਹੋਏਗੀ। ਇਹ ਸੱਚਮੁੱਚ ਤੁਹਾਡੇ ਲਈ ਬੜੀ ਬਰਕਤ ਵਾਲਾ ਇਹ ਹਿੱਸੇ ਹੋਣੇ ਚਾਹੀਦੇ ਆ। ਇਹਨਾਂ ਨੂੰ ਦੁਬਾਰਾ ਜ਼ਰੂਰ ਦੇਖਿਓ, ਜਦੋਂ ਟਾਈਮ ਲੱਗੇ ਦੁਬਾਰਾ ਜ਼ਰੂਰ ਦੇਖਿਓ। ਖਾਸ ਕਰਕੇ ਜਿਹੜੇ ਅਸੀਂ 14, 15, 16, 17, 18 ਜਿਹੜੇ ਚੈਪਟਰ ਪੜ੍ਹਨੇ, ਇਹਨਾਂ ਨੂੰ ਇੱਕ ਦੋ ਵਾਰੀ ਦੁਬਾਰਾ ਜ਼ਰੂਰ ਦੇਖਿਓ ਔਰ ਉਸ ਤੋਂ ਤੁਹਾਨੂੰ ਬਰਕਤ ਮਿਲੇਗੀ। ਇਹਨਾਂ ਜ਼ਬੂਰਾਂ ਦੇ ਵਿੱਚ ਦੀ ਨਾਲ ਵਚਨ ਦੇ ਨਾਲ ਜ਼ਬੂਰ ਕੋਈ ਜਿਹੜੇ ਪ੍ਰਭੂ ਦੇ ਵਚਨ ਦੇ ਜਿਹੜੇ ਜ਼ਬੂਰ ਆ ਇਹ ਕੋਈ ਤੰਤਰ ਮੰਤਰ ਨਹੀਂ, ਇਹ ਜ਼ਿੰਦਗੀ ਆ, ਇਹ ਕਿਸੇ ਦੀ ਜ਼ਿੰਦਗੀ ਆ। ਇੱਥੋਂ ਅਸੀਂ ਇਹ ਸਿੱਖਦੇ ਹਾਂ ਕਿ ਜਿਸਲੇ ਅਸੀਂ ਦੁਆ ਦੇ ਲਈ ਜਾਣਾ ਤੇ ਕਿੱਦਾਂ ਜਾਣਾ, ਔਰ ਜਿਸਲੇ ਪ੍ਰਭੂ ਨੇ ਚਿਹਰਾ ਚਮਕਾਤਾ ਜਿਸਲੇ ਵਾਪਸ ਆਉਣਾ ਤੇ ਕਿੱਦਾਂ। ਇਹ ਸਾਨੂੰ ਇਹ ਸਿਖਾਉਂਦੇ। ਸੋ ਆਓ ਅਸੀਂ ਹੁਣ ਥੋੜਾ ਜਿਹਾ ਅੱਗੇ ਵਧੀਏ। ਅਸੀਂ ਹੁਣ ਪਹੁੰਚ ਚੁੱਕੇ ਹਾਂ 15ਵੀਂ ਆਇਤ ਦੇ ਉੱਤੇ। ਸੋ ਅਸੀਂ 15 ਤੋਂ 23 ਜਿਸ ਨੂੰ ਮਿਲ ਜਾਏ ਉਹ ਪੜ੍ਹਦੇ। ਦਾਊਦ ਦਾ ਵਚ ਨਿਕਲਣਾ। ਤਦ ਹੋਸ਼ਈ ਨੇ ਪੁਰੋਹਿਤਾਂ ਸਾਦੋਕ ਤੇ ਅਬਿਆਥਾਰ ਨੂੰ ਜਾ ਕੇ ਸਭ ਕੁਝ ਦੱਸਿਆ ਤੇ ਅਹੀਤੋਫਲ ਨੇ ਅਬਸ਼ਲੋਮ ਨੂੰ ਇਹ ਸਲਾਹ ਦਿੱਤੀ ਸੀ। ਪਰ ਮੈਂ ਇਸ ਲਈ ਤੁਸੀਂ ਦਾਊਦ ਕੋਲ ਇਹ ਸੰਦੇਸ਼ ਘੱਲੋ, ਉਹ ਅੱਜ ਦੀ ਰਾਤ ਜਰਦਨ ਦਰਿਆ ਦੇ ਨਾਲ ਲੱਗਦੀ ਉਜਾੜ ਵਿੱਚ ਨਾ ਕੱਟੇ, ਸਗੋਂ ਆਪਣੇ ਸਭ ਲੋਕਾਂ ਨਾਲ ਜਰਦਨ ਪਾਰ ਚਲਾ ਜਾਵੇ। ਇਸ ਤਰ੍ਹਾਂ ਉਹ ਅਤੇ ਉਸਦੇ ਆਦਮੀ ਮੌਤ ਦੇ ਖਤਰੇ ਤੋਂ ਦੂਰ ਹੋ ਜਾਣਗੇ। ਉਹਨਾਂ ਦਿਨਾਂ ਵਿੱਚ ਜੋਨਾਥਨ ਅਤੇ ਅਹੀਮੈਸ ਰੋਗੋਲ ਦੇ ਚਸ਼ਮੇ ਕੋਲ ਰਹਿੰਦੇ ਸਨ, ਕਿਉਂਕਿ ਉਹ ਸ਼ਹਿਰ ਦੇ ਵਿੱਚ ਦੇਖੇ ਜਾਣ ਤੋਂ ਡਰਦੇ ਸਨ। ਪਰ ਉਹਨਾਂ ਕੋਲ ਇੱਕ ਦਾਸੀ ਹਮੇਸ਼ਾ ਆਉਂਦੀ ਜਾਂਦੀ ਸੀ ਜੋ ਉਹਨਾਂ ਨੂੰ ਹਰ ਘਟਨਾ ਦੀ ਖਬਰ ਦਿੰਦੀ ਸੀ ਅਤੇ ਉਹ ਦਾਊਦ ਨੂੰ ਜਾ ਕੇ ਉਸ ਬਾਰੇ ਦੱਸਦੇ ਸਨ। ਪਰ ਇੱਕ ਦਿਨ ਇੱਕ ਆਦਮੀ ਨੇ ਉਹਨਾਂ ਨੂੰ ਦੇਖ ਲਿਆ ਅਤੇ ਉਸਨੇ ਤੁਰੰਤ ਜਾ ਕੇ ਅਬਸ਼ਲੋਮ ਨੂੰ ਦੱਸਿਆ। ਪਰ ਉਹ ਬਹਰੀਮ ਵਿੱਚ ਕਿਸੇ ਦੇ ਘਰ ਚਲੇ ਗਏ। ਉਸ ਘਰ ਵਿੱਚ ਇੱਕ ਖੂਹ ਸੀ, ਇਸ ਲਈ ਉਹ ਉਸ ਵਿੱਚ ਲੁਕ ਕੇ ਬੈਠ ਗਏ। ਉਸ ਘਰ ਦੇ ਮਾਲਕ ਦੀ ਪਤਨੀ ਨੇ ਖੂਹ ਦੇ ਮੂੰਹ ਤੇ ਇੱਕ ਕੱਪੜਾ ਪਾ ਦਿੱਤਾ ਅਤੇ ਉਸ ਕੱਪੜੇ ਤੇ ਕਣਕ ਖਿਲਾਰ ਦਿੱਤੀ ਤਾਂ ਜੋ ਉਸ ਪਾਸੇ ਕਿਸੇ ਦਾ ਧਿਆਨ ਨਾ ਜਾਵੇ। ਸੋ ਅਬਸ਼ਲੋਮ ਦੇ ਆਦਮੀ ਉਸ ਘਰ ਵਿੱਚ ਗਏ ਅਤੇ ਪੁੱਛਿਆ, ਜੋਨਾਥਨ ਅਤੇ ਅਹਿਮਿਆਸ ਕਿੱਥੇ ਹਨ? ਔਰਤ ਨੇ ਉੱਤਰ ਦਿੱਤਾ, ਉਹ ਦਰਿਆਓਂ ਪਾਰ ਚਲੇ ਗਏ ਹਨ। ਤਦ ਉਹਨਾਂ ਆਦਮੀਆਂ ਨੇ ਸਾਰੇ ਘਰ ਵਿੱਚ ਹਰ ਥਾਂ ਦੇਖਿਆ, ਪਰ ਉਹ ਉਹਨਾਂ ਨੂੰ ਨਾ ਮਿਲੇ। ਫਿਰ ਉਹ ਵਾਪਸ ਚਲੇ ਗਏ। ਜਦੋਂ ਉਹ ਵਾਪਸ ਚਲੇ ਗਏ ਤਾਂ ਜੋਨਾਥਨ ਅਤੇ ਅਹੀਮੀਅਸ ਖੂਹ ਵਿੱਚੋਂ ਬਾਹਰ ਨਿਕਲ ਆਏ ਅਤੇ ਉਹਨਾਂ ਨੇ ਜਾ ਕੇ ਦਾਊਦ ਰਾਜਾ ਨੂੰ ਸਭ ਕੁਝ ਦੱਸਿਆ। ਉਹਨਾਂ ਨੇ ਕਿਹਾ, ਤੁਸੀਂ ਤੁਰੰਤ ਉੱਠ ਕੇ ਦਰਿਆ ਨੂੰ ਪਾਰ ਕਰ ਜਾਵੋ, ਕਿਉਂਕਿ ਅਹੀਤੋਫਲ ਨੇ ਤੁਹਾਡੇ ਵਿਰੁੱਧ ਬਹੁਤ ਭਿਅੰਕਰ ਸਲਾਹ ਦਿੱਤੀ ਹੈ। ਇਸ ਲਈ ਦਾਊਦ ਅਤੇ ਉਸਦੇ ਆਦਮੀਆਂ ਨੇ ਜਰਦਨ ਦਰਿਆ ਨੂੰ ਪਾਰ ਕਰਨਾ ਸ਼ੁਰੂ ਕੀਤਾ ਅਤੇ ਤਰਕਾਲਾਂ ਤੱਕ ਉਹ ਸਭ ਪਾਰ ਚਲੇ ਗਏ ਸਨ। ਜਦੋਂ ਅਹੀਤੋਫਲ ਨੇ ਦੇਖਿਆ ਕਿ ਉਸ ਦੀ ਸਲਾਹ ਰੱਦ ਕਰ ਦਿੱਤੀ ਗਈ ਹੈ ਤਾਂ ਉਸਨੇ ਆਪਣੇ ਗਧੇ ਉੱਤੇ ਕਾਠੀ ਰੱਖੀ ਅਤੇ ਉਸ ਉੱਤੇ ਚੜ੍ਹ ਕੇ ਆਪਣੇ ਨਗਰ ਨੂੰ ਚਲਾ ਗਿਆ। ਉੱਥੇ ਉਸਨੇ ਆਪਣੇ ਘਰ ਦਾ ਸਾਰਾ ਕੰਮ ਠੀਕ ਠਾਕ ਕਰਕੇ ਆਪ ਆਤਮ ਹੱਤਿਆ ਕਰ ਲਈ ਅਤੇ ਉਸਨੂੰ ਉਸਦੇ ਟੱਬਰ ਦੀ ਕਬਰ ਵਿੱਚ ਦਫਨਾ ਦਿੱਤਾ ਗਿਆ। ਆਮੀਨ। ਸੋ ਸਲਾਹਾਂ ਦੇ ਨਾਲ ਪ੍ਰਭੂ ਨੇ ਸਭ ਤੋਂ ਪਹਿਲਾਂ ਖਤਮ ਕੀਤਾ। ਉਸਨੇ ਇਸ ਚੀਜ਼ ਦੀ ਬੜੀ ਸ਼ਰਮ ਮਨਾਈ ਕਿ ਮੈਂ ਅਬਸ਼ਲੋਮ ਨੂੰ ਹੁਣ ਤੱਕ ਤਿਆਰ ਕੀਤਾ ਸੀ, ਮੈਂ ਉਸਨੂੰ ਤਿਆਰ ਕੀਤਾ ਸੀ ਕਿ ਦਾਊਦ ਦੇ ਖਿਲਾਫ ਕਿੱਦਾਂ ਕੰਮ ਕੀਤਾ ਜਿਸ ਮੇਰੀ ਸਲਾਹ ਸੀਗੀ, ਔਰ ਹੁਣ ਅਬਸ਼ਲੋਮ ਮੇਰੀ ਸਲਾਹ ਨੂੰ ਮੰਨਦਾ ਨਹੀਂ। ਸੋ ਪ੍ਰਭੂ ਨੇ ਉਸਨੂੰ ਇੱਕ ਐਸਾ ਡਿਪਰੈਸ਼ਨ ਦੇ ਵਿੱਚ ਘੱਲਿਆ। ਯਸ, ਪ੍ਰਭੂ ਡਿਪਰੈਸ਼ਨ ਚ ਘੱਲਦਾ। ਉਸਨੇ ਉਸਨੂੰ ਐਸਾ ਡਿਪਰੈਸ਼ਨ ਦੇ ਵਿੱਚ ਘੱਲਿਆ ਕਿ ਉਸਨੇ ਘਰ ਆ ਕੇ ਆਤਮ ਹੱਤਿਆ ਕਰ ਲਈ। ਭਜਨ 4 ਤੇ 18। ਸਾਂਝ ਵੇਲੇ ਦੀ ਪ੍ਰਾਰਥਨਾ। ਮੇਰੇ ਹੱਕਾਂ ਦੇ ਰਖਵਾਲੇ ਪਰਮੇਸ਼ਰ, ਜਦੋਂ ਮੈਂ ਤੈਨੂੰ ਪੁਕਾਰਾਂ ਤੂੰ ਮੈਨੂੰ ਉੱਤਰ ਦੇ। ਜਦੋਂ ਮੈਂ ਸੰਕਟ ਵਿੱਚ ਸਾਂ ਤੂੰ ਮੇਰਾ ਸਹਾਰਾ ਬਣਿਆ। ਹੇ ਮਨੁੱਖੋ, ਕਦੋਂ ਤੱਕ ਤੁਸੀਂ ਆਦਰ ਦੀ ਥਾਂ ਮੇਰਾ ਨਿਰਾਦਰ ਕਰੋਗੇ? ਕਦੋਂ ਤੱਕ ਤੁਸੀਂ ਵਿਅਰਥ ਗੱਲਾਂ ਨੂੰ ਚਾਹੋਗੇ? ਕਦੋਂ ਤੱਕ ਤੁਸੀਂ ਝੂਠ ਦਾ ਸਾਥ ਦੇਵੋਗੇ? ਇਹ ਸੱਚ ਮੰਨੋ, ਪ੍ਰਭੂ ਨੇ ਆਪਣੀ ਅਦਭੁਤ ਦਇਆ ਮੇਰੇ ਤੇ ਪ੍ਰਗਟ ਕੀਤੀ ਹੈ। ਜਦੋਂ ਵੀ ਮੈਂ ਪੁਕਾਰਦਾ ਹਾਂ, ਪ੍ਰਭੂ ਮੇਰੀ ਸੁਣਦਾ ਹੈ। ਡਰੋ ਅਤੇ ਪਾਪ ਨਾ ਕਰੋ। ਸੌਂਦੇ ਸਮੇਂ ਵੀ ਇਸ ਤੇ ਧਿਆਨ ਕਰੋ ਅਤੇ ਸ਼ਾਂਤ ਰਹੋ।
ਭਲੀ ਕੁਰਬਾਨੀ ਚੜਾਓ। ਪ੍ਰਭੂ ਉੱਤੇ ਪੱਕਾ ਭਰੋਸਾ ਰੱਖੋ। ਬਹੁਤ ਸਾਰੇ ਕਹਿੰਦੇ ਹਨ, ਆਕਾਸ਼ ਸਾਨੂੰ ਕੋਈ ਭਲਾਈ ਦਿਖਾ ਸਕਦਾ। ਪ੍ਰਭੂ ਸਾਡੇ ਤੇ ਆਪਣੇ ਮੁਖ ਦਾ ਚਾਨਣ ਚਮਕਾ। ਹੇ ਪ੍ਰਭੂ, ਤੂੰ ਮੇਰੇ ਮਨ ਵਿੱਚ ਉਹਨਾਂ ਤੋਂ ਅਧਿਕ ਆਨੰਦ ਪੈਦਾ ਕੀਤਾ ਜਿਨ੍ਹਾਂ ਦਾ ਅਨਾਜ ਤੇ ਦਾਖਸਾਰ ਬਹੁਤ ਹਨ। ਮੈਂ ਸ਼ਾਂਤ ਵਾਤਾਵਰਣ ਵਿੱਚ ਲੰਮਾ ਪੈਂਦਾ ਹੀ ਸੌ ਜਾਂਦਾ ਹਾਂ। ਹੇ ਪ੍ਰਭੂ, ਤੂੰ ਇਕੱਲਾ ਹੀ ਮੇਰੀ ਸੁਰੱਖਿਆ ਕਰਦਾ ਹੈ। ਆਮੀਨ। ਕਦੇ ਸੋਚੋ ਕਿ ਜਿਹੜਾ ਬੰਦਾ ਸਟ੍ਰੈਸ ਦੇ ਵਿੱਚ ਦੀ ਲੰਘਦਾ ਪਿਆ ਉਹਨੂੰ ਨੀਂਦ ਆਉਂਦੀ ਹੈ? ਉਹ ਦਿਨੇ ਝੂਟੇ ਲੈਂਦਾ ਫਿਰਦਾ ਹੁੰਦਾ, ਰਾਤ ਨੂੰ ਐਨ ਕਾਮ ਵਾਂਗੂ ਜਾਗਦਾ ਹੁੰਦਾ। ਪ੍ਰਭੂ ਉਹਨੂੰ ਇੰਨੇ ਭਾਰੇ ਸਮੇਂ ਦੇ ਵਿੱਚ ਨੀਂਦ ਦੇ ਰਿਹਾ, ਉਸਦਾ ਕਾਰਨ ਕੀ ਹੈ? ਉਸਨੇ ਆਪਣਾ ਆਪ ਪ੍ਰਭੂ ਤੋਂ ਟੋਲਣਾ ਸਿੱਖ ਲਿਆ ਹੈ। ਉਸਨੇ ਸਿੱਖ ਲਿਆ ਹੈ। ਉਸਨੇ ਪ੍ਰਭੂ ਦੇ ਰਸਤੇ ਸਿੱਖ ਲਏ ਜਿਹੜੇ ਸਾਨੂੰ ਸਿੱਖਣ ਦੀ ਜ਼ਰੂਰਤ ਆ। ਅਸੀਂ ਆਪਣੀਆਂ ਪੁਰਾਣੀਆਂ ਚੀਜ਼ਾਂ ਦੇ ਉੱਤੇ ਬਸ ਨਾਂ ਬਦਲ ਲਏ। ਅਸੀਂ ਉਦਾਂ ਦੇ ਹੀ ਆਪਣੇ ਲਈ ਪਾਸਵਾਨ ਇਕੱਠੇ ਕਰ ਲਏ। ਉਹ ਸਾਡੀ ਕੰਨਾਂ 'ਚ ਖਾਜ ਕਰਦੇ, ਸਾਨੂੰ ਚੰਗੀ ਲੱਗਦੀ ਹੈ, ਔਰ ਸਾਡੀ ਜ਼ਿੰਦਗੀ ਟਸ ਤੋਂ ਮਸ ਨਹੀਂ, ਅਸੀਂ ਉੱਥੇ ਹੀ ਖੜੇ। ਸੋ ਅਸੀਂ ਕਿੱਦਾਂ ਪ੍ਰਭੂ ਦੇ ਵਿੱਚ ਵੱਧ ਸਕਦੇ ਹਾਂ? ਉਹਦੇ ਵਚਨ ਤੋਂ ਬਗੈਰ ਤਾਂ ਨਹੀਂ ਵਧਿਆ ਜਾਣਾ। ਉਹ ਬਤਾਉਂਦਾ, ਇਹ ਵਚਨ ਦੇ ਧਾਰੀ ਹੋਇਆ ਸੀ, ਇਹੋ ਹੀ ਦੇ ਧਾਰੀ ਹੁਣ ਹੁੰਦਾ। ਜੇ ਪੜ੍ਹਦੇ ਆ, ਆਪਣੇ ਕੰਨਾਂ ਨੂੰ ਸੁਣਾਉਂਦੇ ਆ, ਇਹ ਦੇ ਧਾਰੀ ਹੁੰਦਾ। ਇਹ ਫਿਰ ਅੰਦਰ ਕੰਮ ਕਰਦਾ, ਇਹ ਭਰਦਾ ਸਾਨੂੰ, ਫਿਰ ਸਾਡੀ ਮਦਦ। ਤੋ ਆਓ ਅਸੀਂ ਅਗਲਾ ਜ਼ਬੂਰ ਦੇਖੀਏ 18। ਬਚਾਓ ਲਈ ਧੰਨਵਾਦ। ਹੇ ਪ੍ਰਭੂ ਮੇਰੇ ਬਲ, ਮੈਂ ਤੈਨੂੰ ਪਿਆਰ ਕਰਦਾ ਹਾਂ। ਪ੍ਰਭੂ ਮੇਰੀ ਚਟਾਨ ਹੈ, ਉਹ ਮੇਰਾ ਕਿਲਾ ਹੈ, ਉਹ ਮੇਰਾ ਮੁਕਤੀਦਾਤਾ ਹੈ, ਉਹ ਮੇਰਾ ਪਰਮੇਸ਼ਰ ਹੈ, ਉਹ ਮੇਰਾ ਮੁਕਤੀ ਦਾ ਚਿੰਨ੍ਹ ਹੈ, ਉਹ ਹਰ ਪਾਸਿਓਂ ਮੇਰਾ ਹਰ ਪਾਸਿਓਂ ਬਚਾਅ ਹੈ। ਮੈਂ ਪ੍ਰਭੂ ਦੀ ਵਡਿਆਈ ਕਰਦਾ ਹਾਂ, ਉਹ ਵਡਿਆਈ ਦੇ ਯੋਗ ਹੈ। ਉਸਨੇ ਹੀ ਮੈਨੂੰ ਮੇਰੇ ਵੈਰੀਆਂ ਤੋਂ ਬਚਾਇਆ ਹੈ। ਮੌਤ ਮੇਰੇ ਤੱਕ ਆ ਪਹੁੰਚੀ ਸੀ, ਤਬਾਹੀ ਮੇਰੇ ਹਰ ਪਾਸੇ ਸੀ। ਮੈਂ ਮੁਰਦਿਆਂ ਦੇ ਸੰਸਾਰ ਤੱਕ ਪਹੁੰਚ ਗਿਆ ਸਾਂ, ਮੈਂ ਮੌਤ ਦੇ ਜਾਲ ਵਿੱਚ ਫਸ ਚੁੱਕਾ ਸਾਂ। ਆਪਣੀ ਬਿਪਤਾ ਦੇ ਸਮੇਂ ਮੈਂ ਪ੍ਰਭੂ ਨੂੰ ਪੁਕਾਰਿਆ, ਮੈਂ ਆਪਣੇ ਪਰਮੇਸ਼ਰ ਦੀ ਦੁਹਾਈ ਦਿੱਤੀ। ਉਸਨੇ ਆਪਣੇ ਮੰਦਰ ਵਿੱਚੋਂ ਮੇਰੀ ਆਵਾਜ਼ ਸੁਣੀ, ਸੋ ਮੇਰੀ ਪੁਕਾਰ ਉਸਦੇ ਕੰਨਾਂ ਤੱਕ ਪਹੁੰਚੀ। ਤਾਂ ਧਰਤੀ ਕੰਬ ਕੇ ਡੋਲ ਉੱਠੀ, ਪਹਾੜਾਂ ਦੀਆਂ ਨੀਹਾਂ ਹਿੱਲ ਗਈਆਂ, ਕਿਉਂਕਿ ਪ੍ਰਭੂ ਕ੍ਰੋਧਿਤ ਹੋ ਉੱਠਿਆ ਸੀ। ਉਸ ਦੀਆਂ ਨਾਸਾਂ ਵਿੱਚੋਂ ਧੂਆਂ ਨਿਕਲਣ ਲੱਗਾ, ਉਸਦੇ ਮੂੰਹ ਵਿੱਚੋਂ ਭਸਮ ਕਰਨ ਵਾਲੀ ਅੱਗ ਤੇ ਉਸਦੇ ਮੂੰਹ ਵਿੱਚੋਂ ਮੱਗ ਰੇਗ ਅੰਗਾਰ ਨਿਕਲਣ ਲੱਗੇ। ਉਹ ਕਾਸ਼ਾਂ ਨੂੰ ਝੁਕਾ ਕੇ ਹੇਠਾਂ ਉੱਤਰ ਆਇਆ, ਉਸਦੇ ਪੈਰਾਂ ਹੇਠ ਕੁੱਪ ਹਨੇਰਾ ਸੀ। ਉਸਨੇ ਹਨੇਰੇ ਨੂੰ ਆਪਣੀ ਲੁਕਣ ਵਾਲੀ ਥਾਂ ਬਣਾ ਲਿਆ ਤੇ ਕਾਲੇ ਘੋਰ ਬੱਦਲ ਉਸਦਾ ਮੰਡਪ ਬਣੇ। ਉਹ ਕਰੂਬੀ ਦੀ ਸਵਾਰੀ ਕਰਕੇ ਉੱਡਿਆ ਤੇ ਹਵਾਈ ਖੰਭਾਂ ਤੇ ਚੜ ਕੇ ਆ ਗਿਆ। ਉਸਦੇ ਸਾਹਮਣੇ ਚਮਕ ਅਤੇ ਬੱਦਲਾਂ ਵਿੱਚੋਂ ਗੜੇ ਅਤੇ ਮੱਗ ਦੇ ਅੰਗਾਰ ਨਿਕਲਣ ਲੱਗੇ। ਤਦ ਪ੍ਰਭੂ ਆਕਾਸ਼ ਵਿੱਚ ਗਰਜਿਆ ਅਤੇ ਪਰਮ ਪ੍ਰਧਾਨ ਦਾ ਸ਼ਬਦ ਗੂੰਜਿਆ, ਤਾਂ ਗੜੇ ਅਤੇ ਮੱਗ ਦੇ ਅੰਗਾਰ ਡਿੱਗਣ ਲੱਗੇ। ਉਸਨੇ ਆਪਣੇ ਬਾਣ ਛੱਡੇ ਤਾਂ ਉਸਦੇ ਵੈਰੀ ਖਿੱਲਰ ਫੁੱਲਰ ਗਏ। ਬਿਜਲੀ ਦੀ ਚਮਕ ਨਾਲ ਉਹਨਾਂ ਵਿੱਚ ਖਲਬਲੀ ਮਚ ਗਈ। ਤਦ ਹੇ ਪ੍ਰਭੂ, ਤੇਰੇ ਦਬਕੇ ਨਾਲ, ਤੇਰੀਆਂ ਨਾਸਾਂ ਦੀ ਹਵਾ ਦੇ ਜ਼ੋਰ ਨਾਲ ਧਰਤੀ ਦੀ ਤਹਿ ਵਿੱਚੋਂ ਪਾਣੀ ਵਗਣ ਲੱਗਾ ਤੇ ਪਤਾਲ ਨੰਗਾ ਹੋ ਗਿਆ। ਉਸਨੇ ਉੱਪਰੋਂ ਹੱਥ ਵਧਾ ਕੇ ਮੈਨੂੰ ਫੜ ਲਿਆ। ਉਸਨੇ ਬਹੁਤ ਸਾਰੇ ਡੂੰਘੇ ਪਾਣੀਆਂ ਵਿੱਚੋਂ ਮੈਨੂੰ ਬਾਹਰ ਕੱਢ ਲਿਆ। ਉਸਨੇ ਮੈਨੂੰ ਮੇਰੇ ਸ਼ਕਤੀਸ਼ਾਲੀ ਵੈਰੀਆਂ ਕੋਲੋਂ ਛੁਟਕਾਰਾ ਦਿੱਤਾ। ਉਸਨੇ ਮੈਨੂੰ ਮੇਰੇ ਘਿਰਣਾ ਕਰਨ ਵਾਲਿਆਂ ਕੋਲੋਂ ਛੁਡਾਇਆ, ਕਿਉਂਕਿ ਉਹ ਮੇਰੇ ਤੋਂ ਅਧਿਕ ਸ਼ਕਤੀਸ਼ਾਲੀ ਸਨ। ਉਹਨਾਂ ਦੁੱਖ ਦੇ ਸਮੇਂ ਮੇਰੇ ਤੇ ਹਮਲਾ ਕੀਤਾ, ਪਰ ਮੇਰਾ ਬਚਾਅ ਪ੍ਰਭੂ ਸੀ। ਪ੍ਰਭੂ ਮੈਨੂੰ ਖੁੱਲੀ ਸੁਰੱਖਿਆ ਥਾਂ ਤੇ ਲੈ ਆਇਆ। ਉਸਨੇ ਮੈਨੂੰ ਛੁਟਕਾਰਾ ਦਿੱਤਾ, ਕਿਉਂਕਿ ਉਹ ਮੇਰੇ ਤੋਂ ਪ੍ਰਸੰਨ ਸੀ। ਪ੍ਰਭੂ ਨੇ ਮੇਰੀ ਸਚਾਈ ਦੇ ਅਨੁਸਾਰ ਮੈਨੂੰ ਫਲ ਦਿੱਤਾ, ਮੇਰੀ ਸ਼ੁੱਧਤਾ ਦੇ ਅਨੁਸਾਰ ਉਸਨੇ ਮੈਨੂੰ ਬਦਲਾ ਦਿੱਤਾ। ਮੈਂ ਪ੍ਰਭੂ ਦੇ ਰਾਹਾਂ ਤੇ ਚੱਲਿਆ ਹਾਂ। ਮੈਂ ਆਪਣੀ ਦੁਸ਼ਟਤਾ ਦੇ ਕਾਰਨ ਆਪਣੇ ਪਰਮੇਸ਼ਰ ਤੋਂ ਦੂਰ ਨਾ ਹੋਇਆ। ਉਸਦੇ ਸਭ ਨਿਯਮ ਮੇਰੇ ਸਾਹਮਣੇ ਸਨ। ਮੈਂ ਉਸਦੀ ਕਿਸੇ ਵਿਧੀ ਵਿਧਾਨ ਵੱਲੋਂ ਮੂੰਹ ਨਾ ਮੁੜਿਆ। ਮੈਂ ਉਸਦੇ ਸਾਹਮਣੇ ਨਿਰਦੋਸ਼ ਰਿਹਾ। ਮੈਂ ਆਪਣੇ ਆਪ ਨੂੰ ਅਪਰਾਧਾਂ ਤੋਂ ਬਚਾਈ ਰੱਖਿਆ। ਇਸ ਲਈ ਪ੍ਰਭੂ ਨੇ ਮੇਰੀ ਸੱਚਾਈ ਦੇ ਅਨੁਸਾਰ, ਉਸਨੇ ਮੇਰੇ ਹੱਥਾਂ ਦੀ ਸ਼ੁੱਧਤਾ ਦੇ ਅਨੁਸਾਰ ਮੈਨੂੰ ਬਦਲਾ ਦਿੱਤਾ।
हे ਪ੍ਰਭੂ ਦਇਆਵਾਨ ਮਨੁੱਖ ਨਾਲ ਤੂੰ ਵੀ ਦਇਆਵਾਨ ਹੈ ਤੇ ਸਿੱਧੇ ਮਨੁੱਖ ਦੇ ਨਾਲ ਤੂੰ ਵੀ ਸਿੱਧਾ ਹੈ। ਸ਼ੁੱਧ ਮਨੁੱਖ ਦੇ ਨਾਲ ਤੂੰ ਵੀ ਸ਼ੁੱਧਤਾ ਨਾਲ ਪੇਸ਼ ਆਉਂਦਾ ਹੈ, ਪਰ ਉਲਟੇ ਦੇ ਨਾਲ ਤੂੰ ਵੀ ਉਲਟਾ ਹੈ। ਦੀਨਾਂ ਨੂੰ ਤੂੰ ਬਚਾਉਂਦਾ ਹੈ, ਪਰ ਹੰਕਾਰੀਆਂ ਦਾ ਤੂੰ ਸਿਰ ਨੀਵਾਂ ਕਰਦਾ ਹੈ। ਪ੍ਰਭੂ ਮੇਰਾ ਪਰਮੇਸ਼ਰ ਮੇਰੇ ਦੀਵੇ ਨੂੰ ਬਾਲਦਾ ਹੈ, ਉਹ ਮੇਰੇ ਹਨੇਰੇ ਨੂੰ ਚਾਨਣ ਕਰਦਾ ਹੈ। ਮੈਂ ਤੇਰੇ ਸਹਾਰੇ ਪੂਰੀ ਫੌਜ ਨੂੰ ਹਾਰ ਦੇ ਸਕਦਾ ਹਾਂ। ਮੈਂ ਆਪਣੇ ਪਰਮੇਸ਼ਰ ਦੀ ਮਦਦ ਨਾਲ ਉਚਾਈ ਪਾਰ ਕਰ ਸਕਦਾ ਹਾਂ। ਪਰਮੇਸ਼ਰ ਦੇ ਰਾਹ ਪੂਰਨ ਹਨ, ਉਸਦੇ ਸ਼ਬਦ ਭਰੋਸੇਯੋਗ ਹਨ। ਉਹ ਉਹਨਾਂ ਦੀ ਢਾਲ ਹੈ ਜੋ ਉਸਦੀ ਸ਼ਰਨ ਆਉਂਦੇ ਹਨ। ਪ੍ਰਭੂ ਹੀ ਕੇਵਲ ਸਾਡਾ ਪਰਮੇਸ਼ਰ ਹੈ, ਪਰਮੇਸ਼ਰ ਹੀ ਕੇਵਲ ਸਾਡੀ ਚਟਾਨ ਹੈ। ਪਰਮੇਸ਼ਰ ਹੀ ਮੈਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ, ਉਹ ਹੀ ਮੇਰੇ ਰਾਹਾਂ ਨੂੰ ਸਿੱਧਿਆਂ ਕਰਦਾ ਹੈ। ਉਹ ਮੇਰੇ ਪੈਰਾਂ ਨੂੰ ਹਿਰਨ ਦੇ ਪੈਰਾਂ ਵਾਲੀ ਤੇਜ਼ੀ ਦਿੰਦਾ ਹੈ। ਉਹ ਉਚਾਈਆਂ ਤੇ ਵੀ ਮੈਨੂੰ ਸੁਰੱਖਿਅਤ ਰੱਖਦਾ ਹੈ। ਉਹ ਮੇਰੇ ਹੱਥਾਂ ਨੂੰ ਯੁੱਧ ਕਲਾ ਸਿਖਾਉਂਦਾ ਹੈ ਕਿ ਮੇਰੇ ਬਾਜੂ ਭਾਰੀ ਤੀਰ ਕਮਾਨ ਖਿੱਚ ਸਕਣ। ਹੇ ਪ੍ਰਭੂ, ਤੂੰ ਮੈਨੂੰ ਆਪਣੀ ਮੁਕਤੀ ਦੀ ਢਾਲ ਦਿੱਤੀ ਹੈ। ਤੂੰ ਆਪਣੇ ਸੱਜੇ ਹੱਥ ਨਾਲ ਮੈਨੂੰ ਸਹਾਰਾ ਦਿੱਤਾ ਹੈ। ਤੇਰੀ ਮਦਦ ਦੇ ਕਾਰਨ ਹੀ ਮੈਂ ਮਹਾਨ ਹੋਇਆ ਹਾਂ। ਤੂੰ ਮੇਰੇ ਰਾਹਾਂ ਨੂੰ ਖੁੱਲਿਆ ਕੀਤਾ ਤੇ ਮੇਰੇ ਪੈਰ ਤਿਲਕ ਨਾ ਜਾਣ। ਮੈਂ ਆਪਣੇ ਵੈਰੀਆਂ ਦਾ ਉਹਨਾਂ ਦੇ ਫੜੇ ਜਾਣ ਤੱਕ ਪਿੱਛਾ ਕੀਤਾ। ਮੈਂ ਉਸ ਸਮੇਂ ਤੱਕ ਵਾਪਸ ਨਾ ਮੁੜਿਆ ਜਦੋਂ ਤੱਕ ਉਹ ਨਾਸ਼ ਨਾ ਹੋ ਗਏ। ਮੈਂ ਉਹਨਾਂ ਤੇ ਇਹੋ ਜਿਹਾ ਵਾਰ ਕੀਤਾ ਕਿ ਉਹ ਫਿਰ ਉੱਠ ਨਾ ਸਕੇ। ਉਹ ਮੇਰੇ ਪੈਰਾਂ ਉੱਤੇ ਟਹਿ ਪਏ। ਤੂੰ ਮੈਨੂੰ ਯੁੱਧ ਦੇ ਲਈ ਸ਼ਕਤੀ ਦਿੱਤੀ। ਤੂੰ ਮੇਰੇ ਵੈਰੀਆਂ ਨੂੰ ਮੇਰੇ ਸਾਹਮਣੇ ਝੁਕਾ ਦਿੱਤਾ। ਤੂੰ ਮੇਰੇ ਵੈਰੀਆਂ ਨੂੰ ਮੇਰੇ ਸਾਹਮਣੇ ਉਪਜਾ ਦਿੱਤਾ। ਮੈਂ ਆਪਣੇ ਘਿਰਣਾ ਕਰਨ ਵਾਲਿਆਂ ਨੂੰ ਨਾਸ਼ ਕਰ ਦਿੱਤਾ। ਉਹ ਪੁਕਾਰ ਉੱਠੇ, ਪਰ ਉੱਥੇ ਉਹਨਾਂ ਦੀ ਮਦਦ ਕਰਨ ਵਾਲਾ ਕੋਈ ਨਾ ਸੀ। ਉਹਨਾਂ ਨੇ ਪ੍ਰਭੂ ਅੱਗੇ ਵੀ ਦੁਹਾਈ ਦਿੱਤੀ, ਪਰ ਉਸ ਨੇ ਵੀ ਉਹਨਾਂ ਦੀ ਨਾ ਸੁਣੀ। ਮੈਂ ਉਹਨਾਂ ਨੂੰ ਕੁੱਟ-ਕੁੱਟ ਕੇ ਹਵਾ ਨਾਲ ਉੱਡ ਜਾਣ ਵਾਲੀ ਮਿੱਟੀ ਦੀ ਤਰ੍ਹਾਂ ਬਣਾ ਦਿੱਤਾ। ਮੈਂ ਉਹਨਾਂ ਨੂੰ ਗਲੀਆਂ ਦੇ ਚਿੱਕੜ ਦੇ ਵਾਂਗ ਮਿੱਧਿਆ। ਤੂੰ ਮੈਨੂੰ ਵਿਦਰੋਹੀ ਲੋਕਾਂ ਦੇ ਕੋਲੋਂ ਬਚਾਇਆ। ਤੂੰ ਮੈਨੂੰ ਕੌਮਾਂ ਦਾ ਸ਼ਾਸਕ ਬਣਾਇਆ। ਉਹ ਲੋਕ ਮੇਰੀ ਪਰਜਾ ਬਣੇ ਜਿਨ੍ਹਾਂ ਨੂੰ ਮੈਂ ਜਾਣਦਾ ਤੱਕ ਨਹੀਂ ਸੀ। ਮੇਰਾ ਨਾਂ ਸੁਣਦੇ ਹੀ ਉਹਨਾਂ ਮੇਰੀ ਆਗਿਆ ਮੰਨੀ। ਵਿਦੇਸ਼ੀ ਲੋਕ ਮੇਰੇ ਅੱਗੇ ਝੁਕ ਗਏ। ਵਿਦੇਸ਼ੀਆਂ ਨੇ ਮੇਰੇ ਸਾਹਮਣੇ ਦਿਲ ਛੱਡ ਦਿੱਤਾ। ਉਹ ਕੰਬਦੇ ਹੋਏ ਆਪਣੀ ਸੁਰੱਖਿਅਤ ਥਾਵਾਂ ਤੋਂ ਬਾਹਰ ਨਿਕਲੇ। ਪ੍ਰਭੂ ਜਿਉਂਦਾ ਹੈ। ਮੇਰੇ ਰੱਖਿਅਕ ਦੀ ਮਹਿਮਾ ਹੋਵੇ। ਮੇਰਾ ਮੁਕਤੀਦਾਤਾ ਪਰਮੇਸ਼ਰ ਦੀ ਵਡਿਆਈ ਕਰੋ। ਉਸਨੇ ਮੇਰੀ ਖਾਤਰ ਬਦਲਾ ਲਿਆ। ਉਸਨੇ ਲੋਕਾਂ ਨੂੰ ਮੇਰੇ ਅਧੀਨ ਲਿਆ। ਉਸਨੇ ਲੋਕਾਂ ਨੂੰ ਮੇਰੇ ਅਧੀਨ ਕੀਤਾ ਹੈ। ਉਸਨੇ ਮੈਨੂੰ ਮੇਰੇ ਵੈਰੀਆਂ ਤੋਂ ਛੁਟਕਾਰਾ ਦਿੱਤਾ ਹੈ। ਹੇ ਪ੍ਰਭੂ, ਤੂੰ ਮੇਰੇ ਵਿਰੋਧੀਆਂ ਦੇ ਸਾਹਮਣੇ ਮੈਨੂੰ ਉੱਚਾ ਕੀਤਾ ਹੈ। ਤੂੰ ਖਤਰਨਾਕ ਲੋਕਾਂ ਤੋਂ ਮੇਰਾ ਬਚਾਅ ਕੀਤਾ ਹੈ। ਇਸ ਲਈ ਮੈਂ ਕੌਮਾਂ ਵਿੱਚ ਤੇਰੀ ਮਹਿਮਾ ਕਰਾਂਗਾ। ਮੈਂ ਤੇਰੀ ਹੀ ਵਡਿਆਈ ਕਰਾਂਗਾ। ਪ੍ਰਭੂ ਨੇ ਆਪਣੇ ਰਾਜਾ ਨੂੰ ਇੱਕ ਵੱਡੀ ਜਿੱਤ ਦਿੱਤੀ ਹੈ। ਉਸਨੇ ਆਪਣੇ ਚੁਣੇ ਹੋਏ ਅਰਥਾਤ ਦਾਊਦ ਅਤੇ ਉਸਦੀ ਸੰਤਾਨ ਤੇ ਆਪਣੀ ਦਇਆ ਹਮੇਸ਼ਾ ਤੱਕ ਕੀਤੀ ਹੈ। ਆਮੀਨ। ਜਿਸ ਵੇਲੇ ਅਸੀਂ ਪਿਛਲੀਆਂ ਬਾਈਬਲ ਸਟੱਡੀਆਂ ਦੇ ਵਿੱਚ ਸਿੱਖਦੇ ਪਏ ਸੀਗੇ ਕਿ ਪ੍ਰਭੂ ਦੇ ਅੱਗੇ ਦੁਆ ਨਹੀਂ ਕਰਨੀ, ਸੁਣਨਾ ਵੀ ਹੈ ਕਿ ਉਹ ਕੀ ਕਹਿੰਦਾ ਪਿਆ। ਜੇ ਦਾਊਦ ਆਪਣਾ ਦੁੱਖ ਪ੍ਰਭੂ ਅੱਗੇ ਰੋਂਦਾ ਪਿਆ ਤੇ ਪ੍ਰਭੂ ਅੱਗੇ ਬੋਲਦਾ ਪਿਆ। ਦਾਊਦ ਨੂੰ ਇਹ ਸਾਰੀਆਂ ਚੀਜ਼ਾਂ ਪ੍ਰਭੂ ਨੇ ਦਿਖਾਤੀਆਂ, ਹਾਲੇ ਹੋਈਆਂ ਨਹੀਂ। ਇਹ ਜਿਹੜਾ ਜ਼ਬੂਰ ਅਸੀਂ ਪੜ੍ਹ ਕੇ ਹਟੇ ਆ ਨਾ, ਇਹ ਹਾਲੇ ਹੋਇਆ ਨਹੀਂ। ਇਹ ਦਾਊਦ ਦੀ ਪ੍ਰਕਾਸ਼ ਦੀ ਪੋਥੀ ਆ। ਜਿੱਦਾਂ ਸਾਨੂੰ ਪ੍ਰਕਾਸ਼ ਦੀ ਪੋਥੀ ਦਿੱਤੀ ਗਈ ਹੈ ਨਾ ਕਿ ਕੀ ਕੀ ਹੋਏਗਾ, ਇਹ ਦਾਊਦ ਦੀ ਪ੍ਰਕਾਸ਼ ਦੀ ਪੋਥੀ ਹੈ ਕਿ ਮੈਂ ਕੀ ਕਰੂੰਗਾ, ਕਿ ਮੈਂ ਇਸ ਤਰ੍ਹਾਂ ਕਰੂੰਗਾ। ਤੂੰ ਮੇਰੇ ਤੇ ਭਰੋਸਾ ਕੀਤਾ ਆ। ਜਿਉਂਦਾ ਪ੍ਰਭੂ ਕਹਿੰਦਾ, ਤੂੰ ਮੇਰੇ ਤੇ ਭਰੋਸਾ ਕੀਤਾ ਆ। ਰਾਈਟ। ਜਿਹੜਾ ਅਗਲਾ ਥੋੜਾ ਜਿਹਾ ਹਿੱਸਾ ਲੈਟਸ ਰੀਡ ਦੈਟ। ਆਓ ਆਪਾਂ ਉਸ ਨੂੰ ਖਤਮ ਕਰੀਏ, ਫਿਰ ਆਪਾਂ ਦੁਆ ਕਰਾਂਗੇ ਔਰ ਫਿਰ ਆਪਣੇ ਆਪ ਨੂੰ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਦਵਾਂਗੇ। 24 ਤੋਂ ਲੈ ਕੇ ਅਸੀਂ ਐਂਡ ਤੱਕ ਪੜ੍ਹੋ। ਜਦੋਂ ਅਬਸ਼ਲੋਮ ਜਰਦਨ ਦੇ ਪਾਰ ਪਹੁੰਚਿਆ ਤਾਂ ਦਾਊਦ ਉਸ ਸਮੇਂ ਤੱਕ ਮਹਿਨੇਮ ਵਿੱਚ ਪਹੁੰਚ ਗਿਆ ਸੀ। ਅਬਸ਼ਲੋਮ ਨੇ ਜੋਆਬ ਦੀ ਥਾਂ ਅਮਾਸ਼ਾ ਨੂੰ ਸੈਨਾਪਤੀ ਬਣਾਇਆ ਸੀ। ਅਮਾਸ਼ਾ ਇਸਰਾਏਲੀ ਮਨੁੱਖ ਜਿਥਰਾ ਦਾ ਪੁੱਤਰ ਸੀ। ਜਿਥਰਾ ਨੇ ਜੋਆਬ ਦੀ ਮਾਸੀ ਅਬੀਗੈਲ ਨਾਲ ਵਿਆਹ ਕੀਤਾ ਸੀ। ਤਦ ਅਬਸ਼ਲੋਮ ਅਤੇ ਉਸ ਦੇ ਆਦਮੀਆਂ ਨੇ ਗਿਲਿਆਦ ਦੇ ਇਲਾਕੇ ਦੇ ਵਿੱਚ ਡੇਰੇ ਲਾਏ। ਜਦੋਂ ਦਾਊਦ ਮਹਿਨੇਮ ਵਿੱਚ ਪਹੁੰਚਿਆ ਤਾਂ ਉੱਥੇ ਨਾਸ਼ ਦਾ ਪੁੱਤਰ ਸ਼ੋਬੀ ਅਮੋਨੀਆ ਦੇ ਨਗਰ ਰਬਾ ਤੋਂ
ਅਮੀਏਲ ਦਾ ਪੁੱਤਰ ਮਾਕੀਰ ਲੋਦੇਵਾਰ ਤੋਂ ਅਤੇ ਬਰਜਲਈ ਗਲਿਆਦੀ ਰੋ ਗਲੀਮ ਤੋਂ ਉਸ ਕੋਲ ਆਏ। ਉਹ ਆਪਣੇ ਨਾਲ ਇਹ ਚੀਜ਼ਾਂ ਲੈ ਕੇ ਆਏ, ਮੰਜੇ, ਭਾਂਡੇ, ਕਣਕ, ਮਸਰ, ਭੁੰਨੇ ਹੋਏ ਛੋਲੇ, ਸ਼ਹਿਦ, ਮੱਖਣ, ਭੇਡਾਂ ਅਤੇ ਗੋਕਾ ਪਨੀਰ। ਉਹ ਦਾਊਦ ਦੇ ਨਾਲ ਸਭ ਲੋਕਾਂ ਲਈ ਇਹ ਖਾਣ ਪੀਣ ਦੀਆਂ ਚੀਜ਼ਾਂ ਲੈ ਕੇ ਆਏ, ਕਿਉਂਕਿ ਉਹ ਜਾਣਦੇ ਸਨ ਕਿ ਉਹ ਉਜਾੜ ਵਿੱਚ ਭੁੱਖੇ ਤੇ ਆਏ ਅਤੇ ਥੱਕੇ ਹੋਏ ਹਨ। ਆਮੀਨ। ਪ੍ਰਭੂ ਦੋਨੇ ਪਾਸੇ ਪ੍ਰਭੂ ਮਦਦ ਕਰਦਾ ਪਿਆ। ਉਹ ਆਪਣੀ ਸੈਨਾ ਇਕੱਠੀ ਕਰਦਾ ਪਿਆ। ਉਹ ਲੋਕ ਇਕੱਠੇ ਹੋ ਰਹੇ ਜਿਹੜੇ ਅਨਾੜੀ ਹੈ। ਲੇਕਿਨ ਦੂਸਰੇ ਪਾਸੇ ਦੇਖੋ ਪ੍ਰਭੂ ਕਿਸ ਤਰ੍ਹਾਂ ਦਾਊਦ ਦਾ ਖਿਆਲ ਰੱਖਦਾ ਪਿਆ। ਇਸ ਤਰ੍ਹਾਂ ਪ੍ਰਭੂ ਕੰਮ ਕਰਦਾ ਜ਼ਿੰਦਗੀਆਂ ਦੇ ਵਿੱਚ। ਦੁੱਖਾਂ ਦਾ ਆਉਣਾ ਜ਼ਰੂਰੀ ਹੈ। ਜੇ ਦੁੱਖ ਨਹੀਂ ਆਉਣਗੇ ਤਾਂ ਪ੍ਰਭੂ ਦਾ ਚਿਹਰਾ ਨਹੀਂ ਦਿਖਾਈ ਦੇ। ਔਰ ਉਹਨਾਂ ਦੁੱਖਾਂ ਨੂੰ ਕੋਈ ਦੁਆ ਕਰਕੇ ਪਰਾ ਨਹੀਂ ਕਰ ਸਕਦਾ। ਜਿਹੜਾ ਸਾਡੇ ਕੋਲ ਨਵਾਂ ਰਿਵਾਜ ਆ ਨਾ, ਐਵੇਂ ਦਬਕੇ ਮਾਰੀ ਜਾਂਦੇ ਉੱਥੇ ਖੜੇ ਹੋ ਕੇ। ਅਸੀਂ ਉਹਨਾਂ ਪ੍ਰਭੂ ਯਿਸੂ ਦਾ ਨਾਂ ਨਹੀਂ ਲੈਂਦੇ ਜਿੰਨਾ ਅਸੀਂ ਸ਼ੈਤਾਨ ਦਾ ਨਾਂ ਲੈਂਦੇ ਆਪਣੀਆਂ ਚਰਚਾਂ ਦੇ ਵਿੱਚ। ਬੇਸਿਕਲੀ ਉਸਦੀ ਪੂਜਾ ਹੀ ਹੋ ਰਹੀ ਹੁੰਦੀ। ਕੀ ਹੋ ਜਾਏਗਾ ਜੇ ਉਹਨੂੰ ਦਬਕੇ ਮਾਰ ਦੋਗੇ? ਚਲਾ ਜਾਊਗਾ? ਬਿਲਕੁਲ ਨਹੀਂ, ਬਿਲਕੁਲ ਨਹੀਂ। ਉਹ ਤਾਂ ਪ੍ਰਭੂ ਨੇ ਰੱਖਿਆ ਆ ਕਿ ਜਿਸ ਵੇਲੇ ਅਸੀਂ ਉਹਦੀ ਨਹੀਂ ਸੁਣਦੇ ਤੇ ਫਿਰ ਉਹਨੂੰ ਕਹਦਾ ਜਾ ਹੁਣ ਤੂੰ ਜਾ ਜਰਾ। ਇਹਨਾਂ ਨੂੰ ਇਹ ਚੀਜ਼ਾਂ ਬੜੀਆਂ ਸੋਹਣੀਆਂ ਲੱਗਦੀਆਂ, ਅੱਖਾਂ ਨੂੰ ਦੇਖਣ ਨੂੰ ਬਹੁਤ ਚੰਗਾ ਲੱਗਦਾ, ਦੇਖਣ ਨੂੰ ਸੋਹਣਾ ਲੱਗਦਾ, ਖਾਣ ਦੇ ਨਾਲ ਹੀ ਚੰਗਾ ਹੋ ਜਾਊਗਾ। ਖੜਾ ਜ ਰੱਖ ਜਾ ਕੇ ਭਾਈ ਪ੍ਰਭੂ ਵੱਲ ਧਿਆਨ ਦਿਓ, ਯਿਸੂ ਵੱਲ ਧਿਆਨ ਦਿਓ। ਦੇਖੋ ਉਸਦੀ ਦਇਆ ਕਿੱਦਾਂ ਕੰਮ ਕਰਦੀ ਪਈ ਹੈ ਪ੍ਰਭੂ ਦੇ ਵਚਨ ਦੇ ਵਿੱਚ। ਜਿੰਨੀ ਦੇਰ ਤੱਕ ਸਾਡੇ ਨੱਕ ਜ਼ਮੀਨ ਦੇ ਉੱਤੇ ਨਹੀਂ ਜਾਣਗੇ, ਮਾਫੀ ਨਹੀਂ ਮੰਗਾਂਗੇ, ਕੁਛ ਨਹੀਂ ਹੋਣਾ, ਕੁਛ ਨਹੀਂ ਹੋਣਾ। ਇਸ ਕਰਕੇ ਅਸੀਂ ਮਸੀਹੀਆਂ ਦੀ ਜ਼ਿੰਦਗੀ ਵੀ ਜਿਹੜੀ ਦੇਖਦੇ ਪਏ ਹਾਂ, ਬਹੁਤ ਬੁਰਾ ਹਾਲ ਹੈ। ਮੈਂ ਕੱਲ ਮਸੀਹੀ ਨਹੀਂ ਹੋਇਆ, ਮੈਂ 1992 ਦਾ ਆਇਆ। ਇਹ ਸਾਰੀਆਂ ਚੀਜ਼ਾਂ ਮੈਂ ਦੇਖੀਆਂ ਆ, ਆਉਂਦੀਆਂ ਜਾਂਦੀਆਂ ਦੇਖੀਆਂ ਆ। ਇਹ ਲਹਿਰਾਂ ਆਉਂਦੀਆਂ ਜਾਂਦੀਆਂ ਮੈਂ ਦੇਖੀਆਂ ਆ। ਕਦੀ ਟੋਰਾਂਟੋ ਦੇ ਉੱਤੇ ਕੋਈ ਬਲੈਸਿੰਗ ਦੇ ਰਿਹਾ ਤੇ ਕੋਈ ਕਿਤੇ ਦੇ ਰਿਹਾ ਤੇ ਕਦੀ ਕਿਤੇ ਦੇ ਰਿਹਾ। ਸਤਿਆਨਾਸ਼ ਕਰ ਲਿਆ ਸੀ ਆਪਣੀਆਂ ਚਰਚਾਂ ਦਾ, ਸਤਿਆਨਾਸ਼ ਕਰ ਲਿਆ ਸੀ। ਚੀਥੜੇ ਉਡਾ ਕੇ ਰੱਖ ਦਿੱਤੇ ਅਸੀਂ। ਪ੍ਰਭੂ ਦੇ ਕੋਲ ਬਹਿਣਾ ਸਿੱਖੋ, ਉਹਦੀ ਹਜ਼ੂਰੀ ਚ ਬਹਿਣਾ ਸਿੱਖੋ, ਉਹਨੂੰ ਭਾਰ ਦੇਣਾ ਸਿੱਖੋ। ਦੇਖੋ ਕਿੱਦਾਂ ਦਾਊਦ ਦਾ ਭਾਰ ਲੈਂਦਾ ਪਿਆ, ਕਿੱਦਾਂ ਉਸਨੂੰ ਉਹ ਚੀਜ਼ਾਂ ਦਿਖਾ ਰਿਹਾ ਜਿਹੜੀਆਂ ਹਾਲੇ ਹੋਈਆਂ ਨਹੀਂ। Isn't he amazing? ਇਹ ਹੈ ਯਿਸੂ, ਆਇਆ ਯਿਸੂ। ਆ ਯਿਸੂ, ਵਰਸ਼ਿਪ ਕਰਿਆ ਕਰੋ। ਜਿਵੇਂ ਮੈਂ ਤੁਹਾਨੂੰ ਗੀਤ ਖਾਲਦਾ ਪਿਆ, ਹਾਂ ਅੰਗਰੇਜ਼ੀ ਦੇ ਵਿੱਚ ਸੋ ਵਟ, ਸੋ ਵਟ। ਇਹ ਉਹੀ ਲੋਕ ਆ ਜਿਹੜੇ ਉਹਨਾਂ ਮੂਵਮੈਂਟਾਂ ਦੇ ਵਿੱਚ ਨਹੀਂ ਨਿਕਲੇ ਹੋਆ। ਇਹਨਾਂ ਨੇ ਦੇਖ ਲਿਆ ਕੁਛ ਨਹੀਂ ਹੁੰਦਾ ਉੱਥੇ। ਸੋ ਬੁੱਧੀਮਾਨ ਬਣੋ, ਪ੍ਰਭੂ ਦੀ ਆਵਾਜ਼ ਨੂੰ ਸੁਣੋ, ਦੁੱਖ ਉਹਦੇ ਕੋਲ ਲੈ ਕੇ ਜਾਓ, ਉਹ ਜਵਾਬ ਦਿੰਦਾ ਹੈ। ਬਹਿਣਾ ਸਿੱਖੋ, ਬਹਿਣਾ ਸਿੱਖੋ। ਜੇ ਮੇਰੇ ਤੇ ਦੁੱਖ ਨਾ ਆਉਂਦੇ ਤੇ ਮੈਂ ਵੀ ਨਹੀਂ ਸਿੱਖਣਾ ਸੀ। ਨੌਲੇਜ ਮੈਨੂੰ ਬਹੁਤ ਸੀ ਪ੍ਰਭੂ ਦੇ ਵਚਨ ਦੀ। ਹੁਣ ਤਾਂ ਚਲੋ
ਬੁੱਢਾ ਹੋ ਗਿਆ ਹੁਣ ਤਾਂ ਇੰਨਾ ਚੇਤਾ ਨਹੀਂ ਰਹਿੰਦਾ, ਨਹੀਂ ਤਾਂ ਚਰਚ ਦੇ ਵਿੱਚ ਜਿਸ ਲਈ ਕੋਈ ਆਇਤ ਪੁੱਛਣੀ ਹੁੰਦੀ ਸੀ ਤਾਂ ਕਹਿੰਦੇ ਸੀ ਹਰਿੰਦਰ ਨੂੰ ਪੁੱਛ ਲਓ, ਉਹ ਦੱਸ ਦਊਗਾ ਕਿੱਥੇ। ਬਹੁਤ ਨੌਲੇਜ ਸੀ, ਪਰ ਇੱਥੇ ਸੀ ਇੱਕ ਗਿੱਠ ਨੀਵੇਂ ਆਉਣ ਦੇ ਲਈ ਉਹਨੇ 5 ਸਾਲ ਪੀਸਿਆ, 5 ਸਾਲ ਉਹਨੇ ਪੀਆ, ਫਿਰ ਮਹਿੰਦੀ ਰੰਗ ਲੈ ਕੇ ਆਈ ਹੈ। ਖਰਾਵਨ ਤੇਰਾ ਸ਼ੁਕਰ ਕਰਦੇ, ਤੂੰ ਸਾਡਾ ਪਿਆਰਾ ਪ੍ਰਭੂ। ਸਾਡੇ ਕੰਨ ਖੋਲ ਕੇ ਅਸੀਂ ਤੇਰੇ ਪੈਰਾਂ ਦੀ ਆਵਾਜ਼ ਨੂੰ ਸੁਣੀਏ। ਪ੍ਰਭੂ ਜੀ, ਸਾਨੂੰ ਮਹਿਸੂਸ ਕਰਨ ਦੀ ਤਾਕਤ ਦੇ ਕਿ ਅਸੀਂ ਤੇਰੀ ਹਜ਼ੂਰੀ ਨੂੰ ਮਹਿਸੂਸ ਕਰੀਏ। ਸਾਡੀਆਂ ਜ਼ਿੰਦਗੀਆਂ ਨੂੰ ਪ੍ਰਭੂ ਜੀ ਤੂੰ ਆਪਣੇ ਵਿੱਚ ਮਹਿਸੂਸ ਕਰ। Yes, Father. तेरा वचन प्यारा आ, तेरा वचन सच्चा आ, तेरा वचन काम करता है। सानू प्रभु जी आराम दी जिंदगी तो छुटकारा दे। ਅਸੀਂ ਥੋੜਾ ਸੌਣਾ ਸਿੱਖੀਏ, ਥੋੜਾ ਜਲਦੀ ਉੱਠੀਏ, ਤੇਰੇ ਵਚਨ ਦੇ ਵਿੱਚ ਬੈਠੀਏ। ਜੋ ਤੂੰ ਇਹਨਾਂ ਦਿਨਾਂ ਦੇ ਵਿੱਚ ਜ਼ਰੂਰ ਪੈਦਾ ਕਰਦਾ ਪਿਆ ਖੁਦਾਵੰਦ, ਉਹਨਾਂ ਨੂੰ ਸੁਣੀਏ ਤਾਂ ਕਿ ਸਾਨੂੰ ਪਤਾ ਲੱਗੇ ਕਿ ਇਸ ਵੇਲੇ ਪ੍ਰਭੂ ਦੀ ਆਵਾਜ਼ ਕੀ ਕਹਿ ਰਹੀ ਹੈ। ਪ੍ਰਭੂ ਸਾਨੂੰ ਕਿੱਧਰ ਨੂੰ ਲੈ ਕੇ ਜਾ ਰਿਹਾ, ਕੀ ਹੋ ਰਿਹਾ। ਦਇਆ ਕਰ, ਰਹਿਮ ਕਰ। ਆਪਣੇ ਆਪ ਨੂੰ ਅਸੀਂ ਤੇਰੇ ਪਵਿੱਤਰ ਹੱਥਾਂ ਦੇ ਵਿੱਚ ਦਿੰਦੇ ਹਾਂ। ਬਾਕੀ ਦਾ ਸਮਾਂ ਤੂੰ ਸਾਡੇ ਨਾਲ ਬਣਿਆ ਰਹਿ। ਆਪਣੇ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੀ ਹਾਂ। ਸਾਰੇ ਭੈਣ ਭਰਾ ਕਹਿਣ ਆਮੀਨ। ਕੱਲ ਨੂੰ ਮਿਲਾਂਗੇ ਔਰ ਕੱਲ ਨੂੰ ਆਪਾਂ ਇਸ ਤੋਂ ਅੱਗੇ ਚੱਲਾਂਗੇ ਔਰ ਦੇਖਾਂਗੇ ਕਿ ਦਾਊਦ ਕਿਸ ਤਰ੍ਹਾਂ ਦਇਆ ਤੋਂ ਬਾਅਦ ਦਇਆ ਕਰਦਾ। ਬਲੈਸ ਯੂ।